ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 277 ਤੇ 3 ਨੰਬਰ ਤੋਂ ਬਾਅਦ ਹੈ। 11ਵੀਂ ਅਸ਼ਟਪਦੀ ਚੱਲ ਰਹੀ ਹੈ। 3 ਬੰਦ ਕੱਲ ਹੋ ਗਏ ਸਨ, ਚੌਥੇ ਬੰਦ ਦੀ ਕਥਾ ਹੋਏਗੀ। ਪੰਚਮ ਪਾਤਸ਼ਾਹ ਫਰਮਾਨ ਕਰਦੇ ਨੇ, ਖਿਨ ਮਹਿ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ। ਖਿਨ ਜਿਹਨੂੰ ਆਪਾਂ ਇੱਕ ਸੈਕਿੰਡ ਕਹਿੰਦੇ ਹਾਂ, ਹਿੰਦੀ ਕਹਿੰਦੇ ਨੇ ਕਸ਼ਣ, ਪੰਜਾਬੀ ਕਹਿੰਦੇ ਨੇ ਖਿਨ, ਇੰਗਲਿਸ਼ ਕਹਿੰਦੇ ਨੇ ਸੈਕਿੰਡ। ਜਿਵੇਂ ਇੱਕ ਲੜਕੀ ਨੂੰ ਇਹ ਖਿਆਲ ਸੀ ਕਿ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ, ਕੱਲ੍ਹ ਕਿਤੇ ਵਿੱਚ ਅੰਗਰੇਜ਼ੀ ਲਾਈਨ ਬੋਲੀ ਹੋਣੀ ਕੋਈ, ਉਹ ਆਪਣੀ ਮਾਂ ਨੂੰ ਕਹਿੰਦੇ ਬਾਬਾ ਜੀ ਦੀ ਇੰਗਲਿਸ਼ ਵੀ ਆਉਂਦੀ ਹੈ। ਉਹਨੇ ਸੋਚਿਆ ਬਾਬਿਆਂ ਨੂੰ ਅਨਪੜ੍ਹ ਹੁੰਦੇ ਨਾ, ਉਹ ਤਾਂ ਮੈਨੂੰ ਯਾਦ ਆ ਗਿਆ। ਖਿਨ ਮੈਂ ਨੀਚ ਕੀਟ ਕੋ ਰਾਜ, ਕੀਟ ਕੀੜੇ ਨੂੰ ਕਹਿੰਦੇ ਨੇ, ਨੀਚ ਭਾਵ ਨਿਮਾਣਾ, ਨੀਚ ਕੀਟ ਤੋਂ ਭਾਵ ਹੈ ਨਿਮਾਣੇ ਮਨੁੱਖ ਨੂੰ, ਜਿਹਨੂੰ ਲੋਕ ਘਟੀਆ ਸਮਝਦੇ ਨੇ, ਕੋਈ ਆਦਰ ਮਾਣ ਨਹੀਂ ਕਰਦੇ ਵੀ ਤਾਂ ਨੀਵੀਂ ਜਾਤ ਦਾ ਹੈ, ਇਹ ਤਾਂ ਗਰੀਬ ਹੈ। ਪਰਮਾਤਮਾ ਚਾਹੇ ਤਾਂ 1 ਸੈਕਿੰਡ ਦੇ ਵਿੱਚ ਇਹ ਜਿਹੇ ਨਿਮਾਣੇ ਨਿਤਾਣੇ ਨੂੰ ਰਾਜ ਦੇ ਦਿੰਦਾ ਹੈ। ਸੁਬਕਤ ਦੀਨ ਇੱਕ ਗੁਲਾਮ ਹੋਇਆ, ਜਿਹੜਾ ਬਾਅਦ 'ਚ ਹਿੰਦੁਸਤਾਨ ਦਾ ਰਾਜਾ ਬਣਿਆ। ਉਹ ਘੋੜੀ 'ਤੇ ਜਾ ਰਿਹਾ ਸੀ, ਅੱਗੇ ਹਿਰਨੀ ਸੋਈ ਹੋਈ ਸੀ, ਉਹਦੇ 2 ਬੱਚੇ ਸਨ। ਉਹਨੇ ਹਿਰਨੀ ਦੇ ਬੱਚੇ ਨੂੰ ਚੱਕ ਲਿਆ ਹੈ, ਆਪਣੇ ਘੋੜੇ ਦੇ ਮਗਰ ਬਿਠਾ ਲਿਆ, ਘੋੜੇ 'ਤੇ ਬਿਠਾ ਲਿਆ। ਜਦੋਂ ਹਿਰਨੀ ਨੂੰ ਪਤਾ ਲੱਗਾ ਮੇਰੇ ਬੱਚੇ ਲਈ, ਤਾਂ ਹਿਰਨੀ ਵੀ ਮਗਰ ਭੱਜ ਲਈ। ਜਿੰਨਾ ਘੋੜੀ ਭਜਾਇਆ ਕਰੇ ਓਨੀ ਹਿਰਨੀ ਭੱਜੀ ਜਾਇਆ ਕਰੇ। ਕਈ ਮੀਲਾਂ 'ਤੇ ਜਾ ਕੇ ਉਹਨੂੰ ਇਹ ਵੀ ਦੇਖ ਕੇ ਆਪਣੇ ਬੱਚੇ ਨੂੰ ਕਿੰਨਾ ਪਿਆਰ ਕਰਦੀ ਹੈ। ਜੇ ਮੇਰੇ ਬੱਚੇ ਨੂੰ ਕੋਈ ਚੁੱਕ ਕੇ ਲੈ ਜਾਏ ਤਾਂ ਮੇਰੀ ਘਰ ਵਾਲੀ ਵੀ ਇਸ ਤਰ੍ਹਾਂ ਵੈਰਾਗ ਕਰੇਗੀ। ਹੋਰ 2 ਕਿਲੋਮੀਟਰ ਆਇਆ ਹੈ, ਉਹਨੂੰ ਤਰਸ ਆ ਗਿਆ। ਉਹਨੇ ਬੱਚੇ ਨੂੰ ਘੋੜੀ ਤੋਂ ਲਾਹ ਤਾ ਹਿਰਨੀ ਦੇ। ਬੱਚਾ ਦੌੜ ਕੇ ਹਿਰਨੀ ਦੇ ਕੋਲ ਗਿਆ ਹੈ। ਹਿਰਨੇ ਨੇ ਆਕਾਸ਼ ਵੱਲ ਮੂੰਹ ਕਰਕੇ ਕੁਛ ਕਿਹਾ ਹੈ। ਫਿਰ ਉਹ ਘਰ ਚਲਿਆ ਗਿਆ ਹੈ। ਰਾਤ ਨੂੰ ਉਹਨੂੰ ਸੁਪਨਾ ਆਇਆ ਹੈ ਤੇ ਤੂੰ ਇੱਕ ਜੀਵ ਤੇ ਤਰਸ ਕੀਤਾ ਹੈ, ਜਾਂ ਤੈਨੂੰ ਹਿੰਦੁਸਤਾਨ ਦਾ ਰਾਜ ਦਿੱਤਾ। ਉਹਨੇ ਫੌਜਾਂ ਇਕੱਠੀਆਂ ਕੀਤੀਆਂ, ਹਿੰਦੁਸਤਾਨ 'ਤੇ ਹਮਲਾ ਕੀਤਾ ਤੇ ਹਿੰਦੁਸਤਾਨ ਦਾ ਰਾਜਾ ਬਣ ਗਿਆ। ਕੀ ਨਾਂ ਸੀ ਬਾਬਾ ਜੀ ਦਾ? ਸੁਬਕਤ ਦੀਨ। ਸੁਬਕਤ ਦੀਨ ਇਹ ਹੈ ਜੀ ਦਇਆ ਪ੍ਰਵਾਨ। ਉਹਦਾ ਨਾ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਜੀਵਾਂ 'ਤੇ ਕੀਤੀ ਹੋਈ ਦਇਆ ਜੇ ਰੱਬ ਦੇ ਦਰ 'ਤੇ ਪ੍ਰਵਾਨ ਹੋ ਜਾਏ ਤਾਂ ਸਮਝੋ ਉਹਨੇ 68 ਤੀਰਥਾਂ ਦਾ ਇਸ਼ਨਾਨ ਕਰ ਲਿਆ, ਸਭ ਦਾਨ ਪੁੰਨ ਕਰ ਲਿਆ। ਇੰਨਾ ਫਲ ਮਿਲਦਾ ਹੈ ਜੀਵਾਂ ਦੇ ਤਰਸ ਕਰਨ। ਸੋ ਪਰਮਾਤਮਾ ਚਾਹੇ ਤੇ ਇੱਕ ਨਿਮਾਣੇ ਨਿਤਾਣੇ ਨੂੰ ਵੀ ਰਾਜ ਦੇ ਸਕਦਾ ਹੈ। ਪਾਰ ਬ੍ਰਹਮ ਗਰੀਬ ਨਿਵਾਜ। ਗਰੀਬ 2 ਪ੍ਰਕਾਰ ਦੇ ਹੁੰਦੇ ਨੇ, ਇੱਕ ਤੇ ਜਿਹਨੂੰ ਆਪਾਂ ਪੂਅਰ ਕਹਿੰਦੇ ਇੰਗਲਿਸ਼, ਇਸ ਤਰ੍ਹਾਂ ਨਹੀਂ। ਜਿਹੜੇ ਮਨ ਦੇ ਗਰੀਬ ਹੁੰਦੇ ਨੇ, ਮਨ ਕਰਕੇ ਨਿਰਮਾਣ ਹੁੰਦੇ ਹਨ, ਪਰਮਾਤਮਾ ਉਹਨਾਂ ਨੂੰ ਨਿਵਾਜਦਾ ਹੈ, ਉਹਨਾਂ ਨੂੰ ਆਦਰ ਮਾਣ ਦਿੰਦਾ ਹੈ। ਜਾ ਕਾ ਦ੍ਰਿਸ਼ਟ ਕਛੂ ਨਾ ਆਵੇ। ਜਿਸ ਬੰਦੇ ਦਾ ਕੋਈ ਗੁਣ ਹੀ ਨਹੀਂ ਦਿਸਦਾ ਕਿਸੇ ਨੂੰ ਵਿੱਚ ਆਹ ਗੁਣ ਹੈ, ਜਾਂ ਜਿਹਨੂੰ ਕੋਈ ਜਾਣਦਾ ਹੋਵੇ, ਜਿਹਨੂੰ ਕੋਈ ਜਾਣਦਾ ਹੀ ਨਹੀਂ, ਜਿਹਦਾ ਕੋਈ ਗੁਣ ਦਿਸ ਹੀ ਨਹੀਂ ਰਿਹਾ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੇ। ਤਤਕਾਲ ਹੁੰਦਾ ਤੁਰੰਤ, ਦਹਿ ਦਿਸ 10 ਦਿਸ਼ਾਵਾਂ ਦੇ ਵਿੱਚ, ਉਹਨੂੰ ਉਹ ਬਹੁਤ ਹੀ ਛੇਤੀ 10 ਦਿਸ਼ਾਵਾਂ 'ਚ ਪ੍ਰਸਿੱਧ ਕਰ ਦਿੰਦਾ ਹੈ।
ਇਹ ਦਾਤੇ ਦੀ ਮਰਜ਼ੀ ਹੈ। ਜਾ ਕੋ ਆਪਣੀ ਕਰੇ ਬਖਸ਼ੀਸ਼, ਬਖਸ਼ੀਸ਼ ਫਾਰਸੀ ਦਾ ਸ਼ਬਦ ਹੈ। ਖੱਖੇ ਦੇ ਪੈਰ 'ਚ ਵੀ ਬਿੰਦੀ, ਦੋਨਾਂ ਸੱਸਿਆਂ ਦੇ ਪੈਰ 'ਚ ਬਿੰਦੀ ਲਾ ਕੇ ਬੋਲਣਾ ਬਖਸ਼ੀਸ਼। ਬਖਸ਼ ਤੋਂ ਬਣਿਆ ਹੈ। ਅੱਲਾ ਕਹਿੰਦੇ ਮੈਨੂੰ ਬਖਸ਼ ਦਿਓ। ਬਖਸ਼ੀਸ਼, ਬਖਸ਼ਿਸ਼ ਜਿਹਨੂੰ ਕਹਿੰਦੇ ਨਾ, ਜਿਸ ਤੇ ਪਰਮਾਤਮਾ ਆਪਣੀ ਬਖਸ਼ਿਸ਼ ਕਰਦਾ ਹੈ, ਜਿਸ ਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ। ਤਾ ਕਾ ਲੇਖਾ ਨਾ ਗਣੈ ਜਗਦੀਸ਼। ਜਗਦੀਸ਼ ਹਿੰਦੀ ਦਾ ਸ਼ਬਦ ਹੈ। ਜਗਤ ਈਸ਼, ਦੋ ਸ਼ਬਦਾਂ ਤੋਂ ਬਣਿਆ ਜਗਤ ਈਸ਼, ਉੱਥੋਂ ਬਣਿਆ ਜਗਦੀਸ਼। ਭਾਵ ਪਰਮਾਤਮਾ। ਪਰਮਾਤਮਾ ਉਹਦੇ ਕਰਮਾਂ ਦਾ ਫਿਰ ਹਿਸਾਬ ਕਿਤਾਬ ਹੀ ਨਹੀਂ ਕਰਦਾ, ਕਿ ਉਹਨੇ ਬਖਸ਼ ਹੀ ਦਿੱਤਾ, ਬਸ ਨਿਬੜੀ ਗੱਲ। ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ, ਉਹ ਬਖਸ਼ ਹੀ ਦਿੰਦਾ। ਸੋ ਜਿਸ ਤੇ ਪਰਮਾਤਮਾ ਬਖਸ਼ਿਸ਼ ਕਰਦਾ ਹੈ, ਉਹਦੇ ਫਿਰ ਕਰਮਾਂ ਦਾ ਲੇਖਾ ਜੋਖਾ ਨਹੀਂ ਕਰਦਾ। ਕਿਉਂਕਿ ਜੇ ਕਰਮਾਂ ਦਾ ਲੇਖਾ ਜੋਖਾ ਹੋਣ ਲੱਗੇ ਫਿਰ ਤਾਂ ਸਾਡਾ ਕਦੇ ਛੁਟਕਾਰਾ ਹੀ ਨਹੀਂ ਹੋਣਾ, ਫਿਰ ਨਹੀਂ ਛੁਟਕਾਰਾ ਹੁੰਦਾ। ਕਿਉਂ ਅਸੀਂ ਕਰਮ ਕਰਦੇ ਰਹਿਣਾ ਹੈ, ਇਹ ਕਦੇ ਮੁੱਕਣੇ ਨਹੀਂ ਹੈਗੇ, ਕਦੇ ਚੰਗੇ ਕਦੇ ਮੰਦੇ ਹੁੰਦੇ ਰਹਿੰਦੇ ਹਨ। ਜੀਓ ਪਿੰਡ ਸਭ ਤਿਸ ਕੀ ਰਾਸ, ਰਾਸ ਹੁੰਦੀ ਪੂੰਜੀ। ਜੀਓ ਮੈਨੇ ਜਿੰਦ, ਪਿੰਡ ਮੈਨੇ ਸਰੀਰ। ਇਹ ਸਾਡੀ ਜਿੰਦ, ਇਹ ਸਾਡਾ ਸਰੀਰ, ਇਹ ਪਰਮਾਤਮਾ ਦਿੱਤੀ ਹੋਈ ਪੂੰਜੀ ਹੈ। ਇਹ ਤੇ ਉਹਦੀ ਪੂੰਜੀ ਹੈ ਜਿਹੜੀ ਸਾਨੂੰ ਦਿੱਤੀ ਉਸਨੇ। ਘਟ ਘਟ ਪੂਰਨ ਬ੍ਰਹਮ ਪ੍ਰਗਾਸ। ਘਟ ਹਰ ਸਰੀਰ ਦੇ ਵਿੱਚ ਪਰਮਾਤਮਾ ਪਰਿਪੂਰਨ ਹੈ। ਪੂਰਨ ਪਰਿਪੂਰਨ ਹੈ, ਸਭ ਦੇ ਵਿੱਚ ਵਸਦਾ ਹੈ। ਬ੍ਰਹਮ ਪ੍ਰਗਾਸ ਅਤੇ ਹਰ ਇੱਕ ਦੇ ਅੰਦਰ ਰੱਬੀ ਪ੍ਰਕਾਸ਼ ਹੈ। ਰੱਬੀ ਜੋਤ ਸਭ ਦੇ ਵਿੱਚ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ। ਸੋ ਰੱਬੀ ਪ੍ਰਕਾਸ਼ ਹਰ ਇੱਕ ਦੇ ਸਰੀਰ ਦੇ ਵਿੱਚ ਹੈ। ਅਤੇ ਪਰਮਾਤਮਾ ਪੂਰਨ ਦਾ ਮਤਲਬ ਸਾਰੇ ਥਾਵਾਂ 'ਤੇ ਵਸਦਾ, ਪਰਿਪੂਰਨ ਹੈ। ਆਪਣੀ ਬਣਤ ਆਪ ਬਣਾਈ। ਬਣਤ ਮਨੇ ਰਚਨਾ ਜਿਹੜੀ ਪਰਮਾਤਮਾ ਨੇ ਕੀਤੀ ਹੋਈ ਹੈ। ਇਹ ਪਰਮਾਤਮਾ ਨੇ ਆਪਣੀ ਰਚਨਾ ਆਪ ਕੀਤੀ ਹੋਈ ਹੈ। ਇਹ ਸਾਰੀ ਸ੍ਰਿਸ਼ਟੀ ਕਿਸੇ ਹੋਰ ਨੇ ਨਹੀਂ ਬਣਾਈ, ਇਹ ਪਰਮਾਤਮਾ ਨੇ ਬਣਾਈ ਹੋਈ ਹੈ। ਨਾਨਕ ਜੀਵੈ ਦੇਖ ਵਡਾਈ। ਅਤੇ ਗੁਰੂ ਬਾਗੇ ਪਰਮਾਤਮਾ ਆਪਣੀ ਵਡਿਆਈ ਭਾਵ ਆਪਣੀ ਰਚਨਾ ਨੂੰ ਬਣਾ ਕੇ ਆਪ ਹੀ ਵੇਖਦਾ ਹੈ ਕਿ ਮੈਂ ਆਹ ਕੁਛ ਬਣਾਇਆ, ਇੰਨਾ ਕੁਛ ਮੈਂ ਬਣਾਇਆ ਹੈ। ਇਸ ਕਾ ਬਲ ਨਾਹੀਂ ਇਸ ਹਾਥ। ਇਸ ਤੋਂ ਭਾਵ ਮਨੁੱਖ ਦਾ। ਮਨੁੱਖ ਕੋਲ ਜਿਹੜਾ ਬਲ ਹੈ, ਜਿਹੜੀ ਸ਼ਕਤੀ ਹੈ, ਜਿਹੜੀ ਤਾਕਤ ਹੈ, ਇਹਦੇ ਹੱਥ 'ਚ ਨਹੀਂ ਹੈ। ਇਹ ਤਾਂ ਪਰਮਾਤਮਾ ਦਿੱਤੀ ਹੋਈ ਹੈ, ਜਦੋਂ ਮਰਜ਼ੀ ਵਾਪਸ ਲੈ ਲੈ। ਇਹ ਸਾਡੇ ਵੱਸ 'ਚ ਨਹੀਂ ਹੈ। ਜਿਹੜਾ ਸਾਡੇ 'ਚ ਬਲ ਹੈ, ਕਹਿੰਦੇ ਇਹ ਸਾਡੇ ਹੱਥ 'ਚ ਨਹੀਂ ਹੈ, ਇਹ ਤਾਂ ਪਰਮਾਤਮਾ ਦਾ ਦਿੱਤਾ ਹੋਇਆ ਹੈ। ਉਹ ਤੇ ਜੋ ਕੁਛ ਵੀ ਸਾਡੇ ਕੋਲ ਸਾਰੇ ਹੀ ਪਰਮਾਤਮਾ ਦਾ ਦਿੱਤਾ ਹੋਇਆ ਹੈ। ਇਹ ਸਰੀਰ ਵੀ ਪਰਮਾਤਮਾ ਦਾ ਦਿੱਤਾ ਹੋਇਆ ਹੈ, ਅਤੇ ਸਰੀਰ ਨਾਲ ਸੰਬੰਧਿਤ ਜੋ ਕੁਛ ਵੀ ਸਾਡੇ ਕੋਲ ਹੈ, ਸਭ ਪਰਮਾਤਮਾ ਦਾ ਦਿੱਤਾ ਹੋਇਆ ਹੈ। ਸਾਡੇ ਕੋਲ ਤੇ ਧਰਮ ਕਹਿੰਦੇ ਇਹ ਅਮਾਨਤ ਦੇ ਤੌਰ 'ਤੇ ਨੇ। ਸਾਨੂੰ ਪਰਮਾਤਮਾ ਨੇ ਪੱਕੇ ਤੌਰ 'ਤੇ ਨਹੀਂ ਦਿੱਤੀਆਂ ਚੀਜ਼ਾਂ ਵੀ ਜਾਂ ਸਦਾ ਲਈ ਤੇਰੀਆਂ। ਨੋ, ਕਹਿੰਦੇ ਇਹ ਮੇਰੀ ਅਮਾਨਤ ਹੈ। ਜਦੋਂ ਜੀ ਕਰੇ ਮੈਂ ਇਹ ਸਾਰੀ ਵੀ ਵਾਪਸ ਲੈ ਸਕਦਾ, ਇਸ 'ਚ ਕੁਝ ਹਿੱਸਾ ਵੀ ਲੈ ਸਕਦਾ, ਇਹ ਮੇਰੀ ਮਰਜ਼ੀ ਹੈ। ਤੁਸੀਂ ਕਿਸੇ ਤੋਂ 2 ਮੰਜੇ ਮੰਗ ਕੇ ਲਿਆਂਦੇ ਨੇ, 5-7 ਦਿਨ ਤੁਹਾਡੇ ਰਿਸ਼ਤੇਦਾਰ ਤੁਹਾਡੇ ਰਹੇ, ਫਿਰ ਜਦੋਂ ਉਹ ਮੰਗਣ ਆ ਗਿਆ ਹੈ, ਅਜੇ ਉਹਨੂੰ 1 ਮੰਜੇ ਦੀ ਲੋੜ ਹੈ, ਉਹ 1 ਲੈ ਜਾਏਗਾ, 1 ਤੁਹਾਡੇ ਕੋਲ ਰਹਿਣ ਦੇਵੇਗਾ। ਜੇ ਉਹਨੂੰ ਦੋਨਾਂ ਦੀ ਲੋੜ ਹੈ, ਉਹ ਦੋਨੋਂ ਲੈ ਜਾਏਗਾ, ਕਿਉਂਕਿ ਉਹਦੇ ਨੇ। ਸਾਡੇ ਕੋਲ ਤਾਂ ਅਮਾਨਤ ਸੀ ਉਹ। ਇਸ ਲਈ ਜੋ ਕੁਛ ਵੀ ਸਾਡੇ ਕੋਲ ਹੈ, ਇਹ ਪਰਮਾਤਮਾ ਦੀ ਅਮਾਨਤ ਹੈ। ਉਹਨੇ ਪੱਕੇ ਤੌਰ 'ਤੇ ਸਾਨੂੰ ਨਹੀਂ ਦਿੱਤਾ ਹੈ, ਕਿਤੇ ਕਹਿ ਸਕਦੇ ਪੱਕੇ ਤੌਰ 'ਤੇ ਦਿੱਤਾ ਹੈ।
ਬਾਲ ਬੱਚੇ, ਧਨ ਦੌਲਤ, ਜੋ ਕੁਛ ਵੀ ਹੈ ਸਭ ਉਹਦੀ ਅਮਾਨਤ ਹੈ। ਉਹਦੇ ਵਿੱਚੋਂ ਕੋਈ ਵੀ ਚੀਜ਼ ਉਹ ਜਦੋਂ ਚਾਹੇ ਵਾਪਸ ਲੈ ਸਕਦਾ ਹੈ। ਪਰ ਕਿਉਂਕਿ ਸਾਨੂੰ ਐਂ ਲੱਗਦਾ ਸਾਡੇ ਨੇ, ਇਸ ਲਈ ਅਸੀਂ ਰੋਂਦੇ ਪਿੱਟਦੇ ਹਾਂ। ਉਹ ਕਹਿੰਦੇ ਤਾਂ ਮੇਰੇ ਸਨ, ਇਹ ਤਾਂ ਮੈਂ ਤੁਹਾਨੂੰ ਕੁਝ ਸਮੇਂ ਲਈ ਦਿੱਤੇ ਸਨ ਕਿ ਲਓ ਇਹਨਾਂ ਦੀ ਸਾਂਭ ਸੰਭਾਲ ਕਰ ਲਓ। ਮੇਰੇ ਨੇ ਮੈਂ ਇਹਨਾਂ ਨੂੰ ਲੈ ਚੱਲਿਆ, ਹੁਣ ਤੁਸੀਂ ਰੋਈ ਜਾਓ, ਪਿੱਟੀ ਜਾਓ, ਜੋ ਮਰਜ਼ੀ ਪੈ ਕਰੋ। ਇਸ ਲਈ ਗੁਰੂ ਮਹਾਰਾਜ ਕਹਿੰਦੇ ਕਰਨ ਕਰਾਵਨ ਸਰਬ ਕੋ ਨਾਥ। ਉਹ ਜਿਹੜਾ ਕਰਨ ਕਰਾਉਣ ਵਾਲਾ ਹੈ ਉਹ ਸਭ ਦਾ ਨਾਥ ਹੈ, ਸਭ ਦਾ ਮਾਲਕ ਹੈ। ਉਹ ਮਾਲਕ ਹੈ। ਆਗਿਆਕਾਰੀ ਬਪਰਾ ਜੀਵ। ਬਪਰਾ ਬਨੇ ਵਿਚਾਰਾ। ਇਹ ਜੀਵ ਵਿਚਾਰਾ ਤਾਂ ਉਹਦਾ ਆਗਿਆਕਾਰੀ ਹੈ, ਉਹਦੇ ਹੁਕਮ ਵਿੱਚ ਚੱਲਣ ਵਾਲਾ ਹੈ। ਦੇਖਣ ਨੂੰ ਐਂ ਲੱਗਦਾ ਜਿਵੇਂ ਅਸੀਂ ਆਪਣੀ ਮਰਜ਼ੀ ਕਰ ਰਹੇ ਹਾਂ। ਗੁਰਬਾਣੀ ਕਹਿੰਦੀ ਹੈ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਜੋ ਕੁਛ ਵੀ ਹੋ ਰਿਹਾ, ਚੰਗਾ ਹੋ ਰਿਹਾ, ਮੰਦਾ ਹੋ ਰਿਹਾ, ਲੜਾਈ ਝਗੜਾ ਹੋ ਰਿਹਾ, ਪਿਆਰ ਹੋ ਰਿਹਾ ਹੈ, ਜੋ ਹੋ ਰਿਹਾ ਸਭ ਉਹਦੇ ਹੁਕਮ ਵਿੱਚ ਹੋ ਰਿਹਾ ਹੈ। ਬੰਦਾ ਆਪਣੀ ਮਰਜ਼ੀ ਨਾਲ ਕੁਛ ਨਹੀਂ ਕਰ ਸਕਦਾ, ਉਹੀ ਕਰਨ ਕਰਾਉਣ ਵਾਲਾ ਹੈ। ਅਸੀਂ ਤਾਂ ਉਸੇ ਤੇ ਕਰਦੇ ਹਾਂ ਜਿਵੇਂ ਉਹਨੇ ਲਿਖ ਦਿੱਤਾ ਹੈ ਕਿ ਜਾ ਤੂੰ ਆ ਕੁਛ ਕਰੇਗਾ, ਇਹ ਬੰਦਾ ਉਸੇ ਤਰ੍ਹਾਂ ਕਰਦਾ ਰਹਿੰਦਾ। ਇਹਨੂੰ ਕਿਸਮਤ ਕਹਿੰਦੇ ਨੇ। ਕਿਸਮਤ ਲਿਖਣਾ ਪਰਮਾਤਮਾ ਦੇ ਹੱਥ ਵਿੱਚ ਹੈ। ਕਿਸਮਤ ਬਣਾਉਣਾ ਤੇ ਸਾਡੇ ਹੱਥ 'ਚ ਹੈ, ਪਰ ਲਿਖਣਾ ਉਹਦੇ ਹੱਥ 'ਚ ਹੈ। ਫਿਰ ਉਹਦੀ ਲਿਖਤ ਨੂੰ ਫਿਰ ਮੋੜਨਾ ਬੜਾ ਮੁਸ਼ਕਿਲ ਹੈ। ਇਹ ਵਿਚਾਰਾ ਜੀਵ ਤੇ ਕਹਿੰਦਾ ਆਗਿਆਕਾਰੀ ਹੈ। ਆਗਿਆ ਹੁਕਮ ਨੂੰ ਕਹਿੰਦੇ, ਆਗਿਆਕਾਰੀ ਹੁਕਮ ਮੰਨਣ ਵਾਲਾ, ਓਬੀਡੀਐਂਟ ਜਿਹਨੂੰ ਆਪਾਂ ਕਹਿੰਦੇ। ਜੋ ਤਿਸ ਭਾਵੈ ਸੋਈ ਫੁਣ ਥੀਆ। ਫੁਣ ਦਾ ਅਖੀਰ ਨੂੰ, ਜੋ ਉਹਨੂੰ ਭਾਉਂਦਾ ਅਖੀਰ ਨੂੰ ਉਹੀ ਹੁੰਦਾ। ਤਾਂ ਕਿ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਇਸ ਲਈ ਕਿਉਂ? ਇਸ ਲਈ ਚੰਗੀ ਹੈ ਕਿ ਉਹਨੇ ਜੋ ਕਰਨਾ ਕਰ ਦੇਣਾ, ਬਸ ਉਹਨੇ ਸਾਡੇ ਤੋਂ ਸਲਾਹ ਥੋੜ੍ਹੀ ਲੈਣੀ ਹੈ। ਉਹ ਕਿਸੇ ਨਾਲ ਕੋਈ ਸਲਾਹ ਮਸ਼ਵਰਾ ਨਹੀਂ ਕਰਦਾ, ਉਹਨੇ ਕੋਈ ਮੰਤਰੀ ਨਹੀਂ ਰੱਖੇ ਸਲਾਹ ਲਈ। ਪਰਮਾਤਮਾ ਆਪਣੀ ਮਰਜ਼ੀ ਕਰਦਾ ਹੈ। ਜੋ ਉਹਨੂੰ ਭਾਉਂਦਾ ਹੈ ਅਖੀਰ ਨੂੰ ਉਹੀ ਹੁੰਦਾ ਹੈ। ਕਬ ਹੂੰ ਊਚ ਨੀਚ ਮੈਂ ਬਸੈ। ਕਬ ਹੂੰ ਇਹ ਦੋ ਸ਼ਬਦ ਨਹੀਂ ਹੈਗੇ। ਬੱਬਾ ਤੇ ਹਾਹਾ ਰਲ ਕੇ ਭੱਬਾ ਬਣ ਜਾਂਦਾ। ਕਬੂ ਕੱਕਾ ਭੱਬੇ ਨੂੰ ਦਲੈਂਕਰ ਉੱਤੇ ਟਿੱਪੀ, ਇਹਨੂੰ ਇਸ ਤਰ੍ਹਾਂ ਬੋਲਣਾ। ਇਹਨੂੰ ਕਬ ਹੂੰ ਨਹੀਂ ਬੋਲਣਾ। ਕਬੂ ਕਦੇ। ਕਬੂ ਊਚ ਨੀਚ ਮੈਂ ਬਸੈ। ਕਦੇ ਉੱਚਿਆਂ 'ਚ ਕਦੇ ਨੀਵਿਆਂ 'ਚ ਵਸਦਾ ਹੈ। ਪਰਮਾਤਮਾ ਹੀ ਵਸ ਰਿਹਾ ਹੈ। ਮਨੁੱਖ ਕਦੇ ਹਉਮੈ ਕਰਦਾ ਹੈ, ਕਦੇ ਨਿਰਮਾਣਤਾ ਧਾਰ ਲੈਂਦਾ ਹੈ। ਉਹ ਵੀ ਅੰਦਰ ਬੈਠਾ। ਕਬੂ ਸੋਗ ਹਰਖ ਸੰਗ ਹਸੈ। ਕਦੇ ਜੀਵਾਂ ਦੇ ਵਿੱਚ ਬੈਠਾ ਹੋਇਆ ਉਹ ਸੋਗ 'ਚ ਹੁੰਦਾ, ਅਫਸੋਸ 'ਚ ਹੁੰਦਾ। ਹਰਖ ਹਿੰਦੀ ਦਾ ਸ਼ਬਦ ਹੈ ਹਰਸ਼। ਹਰਸ਼ ਮੈਨੇ ਖੁਸ਼ੀ, ਉਤੋਂ ਗੁਰਬਾਣੀ 'ਚ ਹਰਖ ਖੁਸ਼ੀ। ਕਦੇ ਖੁਸ਼ੀ ਨਾਲ ਹੱਸਦਾ ਹੈ, ਕਦੇ ਅਫਸੋਸ ਕਰਦਾ ਹੈ। ਕਬੂ ਨਿੰਦ ਚਿੰਦ ਵਿਵਹਾਰ। ਕਦੇ ਲੋਕਾਂ ਦੀ ਨਿੰਦਿਆ ਵਾਲਾ ਵਿਹਾਰ ਕਰਦਾ ਹੈ, ਨਿੰਦਿਆ ਕਰਦਾ ਰਹਿੰਦਾ। ਕਾਰ ਉਹੀ ਰਿਹਾ ਸਾਡੇ ਵਿੱਚ ਬੈਠਾ ਹੋਇਆ ਅਤੇ ਲੱਗਦਾ ਅਸੀਂ ਕਰ ਰਹੇ ਹਾਂ, ਉਹੀ ਸਾਡੇ ਤੋਂ ਕਰਾ ਰਿਹਾ ਹੈ। ਇਹ ਇੱਕ ਲੰਮਾ ਹੈ ਸਿਲਸਿਲਾ। ਕਿਉਂ ਕਰਾ ਰਿਹਾ ਇਸ ਤਰ੍ਹਾਂ? ਇਹ ਲੰਮਾ ਹੈ ਅਤੇ ਉਹ ਇਹ ਇੱਥੇ ਅਜੇ ਉਹ ਵਿਸ਼ਾ ਨਹੀਂ ਹੈਗਾ। ਫਿਰ ਕਦੇ ਸਮਾਂ ਆਇਆ ਦੱਸਾਂਗੇ ਵੀ ਉਹ ਕਿਉਂ ਕਰਾ ਰਿਹਾ ਜੀ ਨਿੰਦਿਆ, ਕੀ ਸਵਾਦ ਆਉਂਦਾ ਇਹਨੂੰ। ਕਿਉਂਕਿ ਸਾਡੇ ਕਰਮਾਂ ਦਾ ਹਿਸਾਬ ਕਿਤਾਬ ਕਰਨਾ। ਕਦੇ ਕਹਿੰਦੇ ਨਿੰਦਿਆ ਦਾ ਵਿਹਾਰ ਕਰਦਾ,
ਕਬੂ ਊਬ ਆਕਾਸ਼ ਪਿਆਲ। ਊਬ ਹੁੰਦਾ ਉੱਠਣਾ, ਕਦੇ ਉੱਪਰ ਆਕਾਸ਼ ਨੂੰ ਜਾਂਦਾ, ਪਿਆਲ ਹੁੰਦਾ ਪਤਾਲ, ਕਦੇ ਪਤਾਲ ਨੂੰ ਜਾਂਦਾ। ਭਾਵੇਂ ਮਨੁੱਖ ਕਦੇ ਬਹੁਤ ਹੰਕਾਰ ਦੀਆਂ ਗੱਲਾਂ ਕਰਦਾ ਹੈ, ਕਦੇ ਬਹੁਤ ਹੀ ਨਿਮਰਤਾ ਵਾਲੀਆਂ ਗੱਲਾਂ ਕਰਦਾ ਹੈ। ਕਬੂ ਬੇਤਾ ਬ੍ਰਹਮ ਵਿਚਾਰ। ਬੇਤਾ ਹੁੰਦਾ ਜਾਣੂ, ਜਿਵਲ ਕਹੇ ਤਤ ਬੇਤਾ ਜੀ, ਇਹ ਪਰਮਾਤਮਾ ਦਾ ਜਾਣੂ ਹੈ। ਕਦੇ ਕਦੇ ਰੱਬੀ ਵਿਚਾਰ ਦਾ ਜਾਣੂ ਹੁੰਦਾ ਹੈ, ਉਹਨੂੰ ਰੱਬੀ ਵਿਚਾਰ ਦਾ ਪਤਾ ਹੁੰਦਾ, ਪਰਮਾਤਮਾ ਵਿਚਾਰਾਂ ਦਾ ਪਤਾ ਹੈ। ਆਹ ਸਾਰੇ ਪਰਮਾਤਮਾ ਦੇ ਵਿਚਾਰ ਹੀ ਲਿਖੇ ਹੋਏ ਹਨ। ਜਿਹੜੇ ਗੁਰੂ ਹੁੰਦੇ ਨੇ ਅਤੇ ਪਰਮਾਤਮਾ 'ਚ ਕੋਈ ਫਰਕ ਨਹੀਂ ਹੁੰਦਾ ਹੈ। ਗੁਰ ਪਰਮੇਸ਼ਰ ਇੱਕ ਹੋ ਜਾਣ, ਕਿਉਂਕਿ ਪਰਮੇਸ਼ਰ ਨੂੰ ਤਾਂ ਕਿਸੇ ਵੇਖਿਆ ਨਹੀਂ। ਪਰਮੇਸ਼ਰ ਜੇ ਆ ਵੀ ਜੇ ਸਾਨੂੰ ਕਿਹੜਾ ਦਿਸਣੇ, ਜੋ ਕੋਈ ਬੋਲੂਗਾ ਸਾਨੂੰ ਸੁਣਨਾ ਕੋਈ ਨਹੀਂ ਹੈਗਾ। ਫਿਰ ਪਰਮੇਸ਼ਰ ਗੁਰੂ ਰੂਪ ਵਿੱਚ ਸੰਸਾਰ 'ਚ ਆਉਂਦਾ ਹੈ, ਹੁੰਦਾ ਪਰਮੇਸ਼ਰ ਹੀ ਹੈ, ਸਿਰਫ ਗੁਰੂ ਬਣ ਕੇ ਆਉਂਦਾ ਹੈ। ਉਹ ਇਸ ਲਈ ਉਹਨੂੰ ਗੁਰ ਪਰਮੇਸ਼ਰ ਕਹਿੰਦੇ ਨੇ। ਤਾਂ ਹੀ ਪਰਮਾਤਮਾ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਸੀ ਸੱਚਖੰਡ 'ਚ, ਪਰਮਾਤਮਾ ਦੇ ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰ ਪਰਮੇਸ਼ਰ। ਤੇਰਾ ਨਾਮ ਗੁਰ ਪਰਮੇਸ਼ਰ ਹੈ, ਤੂੰ ਪਰਮੇਸ਼ਰ ਹੀ, ਪਰ ਤੂੰ ਸੰਸਾਰ 'ਚ ਗੁਰੂ ਕਰਕੇ ਪ੍ਰਸਿੱਧ ਹੋਵੇਂਗਾ। ਜਿਸ ਤੇ ਤੇਰੀ ਖੁਸ਼ੀ ਉਸ ਤੇ ਮੇਰੀ ਖੁਸ਼ੀ। ਕਹਿੰਦੇ ਨਾਨਕ, ਜਿਸ ਤੇ ਤੇਰੀ ਖੁਸ਼ੀ ਉਸ ਤੇ ਮੇਰੀ ਖੁਸ਼ੀ। ਇਸ ਲਈ ਫਿਰ ਜਦੋਂ ਸਿੱਖ ਗੁਰੂ ਦੀਆਂ ਨਜ਼ਰਾਂ 'ਚ ਪ੍ਰਵਾਨ ਹੋ ਜਾਂਦਾ, ਫਿਰ ਉਸ 'ਤੇ ਗੁਰਪ੍ਰਸਾਦ ਹੋ ਜਾਂਦੀ ਹੈ। ਜਦੋਂ ਗੁਰਪ੍ਰਸਾਦ ਹੁੰਦੀ ਹੈ, ਫਿਰ ਪਾਰ ਬ੍ਰਹਮ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਉਹਨੂੰ ਪਤਾ ਲੱਗਦਾ ਹੈ ਕਿ ਗੁਰੂ ਅਤੇ ਪਰਮਾਤਮਾ 'ਚ ਕੋਈ ਫਰਕ ਨਹੀਂ ਹੁੰਦਾ ਹੈਗਾ। ਸਿਰਫ ਇੰਨਾ ਕਿ ਪਰਮਾਤਮਾ ਨੂੰ ਸਰੀਰ ਧਾਰਨਾ ਪੈਂਦਾ ਹੈ। ਆਪਣੀ ਗੱਲ ਨੂੰ ਸੰਸਾਰ ਨੂੰ ਦੱਸਣ ਲਈ ਉਹਨੂੰ ਕਿਸੇ ਸਰੀਰ ਦੇ ਵਿੱਚ ਆਉਣਾ ਪੈਂਦਾ ਹੈ। ਉਹ ਗੁਰੂ ਦੇ ਰੂਪ ਵਿੱਚ ਇਸ ਸੰਸਾਰ 'ਤੇ ਆਉਂਦਾ ਹੈ। ਇਸ ਲਈ ਗੁਰੂ ਨੂੰ ਪਰਮੇਸ਼ਰ ਸਮਝਣਾ ਹੈ। ਆ ਗੁਰੂ ਗ੍ਰੰਥ ਨੂੰ ਪਰਮੇਸ਼ਰ ਸਮਝਣਾ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਇਹ ਨਿਰੰਕਾਰ ਹੈ। ਸੋ ਗੁਰੂ ਹੈ, ਗੁਰੂ ਪਰਮੇਸ਼ਰ ਹੁੰਦਾ ਹੈ। ਸਿਰਫ ਇਹਨੇ ਪਰਮੇਸ਼ਰ ਨਿਰੰਕਾਰ ਹੈ, ਗੁਰੂ ਆਕਾਰ ਵਾਲਾ ਹੈ, ਬਸ ਇੰਨਾ ਹੀ ਹੈ। ਕਿਉਂਕਿ ਨਿਰੰਕਾਰ ਦੇ 3 ਰੂਪ ਨੇ। ਇੱਕ ਹੈ ਨਿਰੰਕਾਰ, ਦੂਸਰਾ ਫਿਰ ਸੂਖਸ਼ਮ ਆਕਾਰ ਧਾਰਦਾ ਹੈ, ਜਿਹੜਾ ਦਿਵ ਦ੍ਰਿਸ਼ਟੀ ਨਾਲ ਦਿਸਦਾ ਹੈ। ਤੀਸਰਾ ਸਥੂਲ ਆਕਾਰ ਧਾਰਦਾ ਹੈ। ਜਦੋਂ ਸਥੂਲ ਆਕਾਰ ਧਾਰਦਾ ਫਿਰ ਉਹ ਗੁਰੂ ਬਣ ਕੇ ਸੰਸਾਰ 'ਤੇ ਆਉਂਦਾ ਹੈ। ਕਿਉਂਕਿ ਸੂਖਸ਼ਮ ਨੂੰ ਵੀ ਤਾਂ ਉਹੀ ਵੇਖ ਸਕਦਾ ਜਿਹਦੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੋਵੇ। ਆਮ ਲੋਕ ਉਸ ਤੋਂ ਫਾਇਦਾ ਨਹੀਂ ਉਠਾ ਸਕਦੇ ਹਨ। ਤਾਂ ਆਮ ਫਾਇਦਾ ਉਠਾਉਣ ਲਈ ਇੱਕ ਸਰੀਰ ਚਾਹੀਦਾ ਹੈ। ਜਿਹੜੀ ਚੀਜ਼ ਸਾਨੂੰ ਨਹੀਂ ਦਿਸਦੀ ਉਹਨੂੰ ਪਿਆਰ ਕਰਨਾ ਬੜਾ ਮੁਸ਼ਕਿਲ ਹੈ, ਉਹ 'ਚ ਵਿਸ਼ਵਾਸ ਲਿਆਉਣਾ ਬੜਾ ਮੁਸ਼ਕਿਲ ਹੁੰਦਾ ਹੈ। ਜਿਹੜੀ ਚੀਜ਼ ਦਿਸ ਰਹੀ ਹੈ ਉਹਨੂੰ ਪਿਆਰ ਕਰਨਾ ਆਸਾਨ ਹੈ। ਗੁਰੂ ਮਹਾਰਾਜ ਸਰੀਰ ਹੁੰਦੇ ਨੇ, ਦਿਸ ਰਹੇ ਹੁੰਦੇ ਨੇ, ਇਸ ਲਈ ਉਹਨਾਂ ਨੂੰ ਪਿਆਰ ਕਰਨਾ ਆਸਾਨ ਹੁੰਦਾ ਹੈ। ਨਿਰੰਕਾਰ ਹੈ, ਸਰੀਰ ਹੀ ਕੋਈ ਨਹੀਂ, ਉਹਨੂੰ ਜਾਣਨਾ, ਉਹਨੂੰ ਪਿਆਰ ਕਰਨਾ ਬੜਾ ਮੁਸ਼ਕਿਲ ਹੁੰਦਾ ਹੈ, ਜਿੰਨਾ ਚਿਰ ਉਹਦੀ ਪ੍ਰਾਪਤੀ ਨਾ ਹੋ ਜਾਵੇ। ਇਸ ਲਈ ਗੁਰੂ ਨੂੰ ਨਿਰੰਕਾਰ ਦਾ ਹੀ ਰੂਪ ਸਮਝਣਾ ਚਾਹੀਦਾ ਹੈ ਕਿ ਨਿਰੰਕਾਰ ਜਿਹੜਾ ਹੈ ਇਹ ਸਰੀਰ ਦੇ ਵਿੱਚ ਪ੍ਰਵੇਸ਼ ਹੋਇਆ ਹੈ। ਨਿਰੰਕਾਰ ਆਪ ਤੇ ਸਰੀਰ ਨਹੀਂ ਧਾਰਦਾ ਆਪ, ਕਿਉਂਕਿ ਜੋ ਸਰੀਰ ਧਾਰੇਗਾ ਤਾਂ ਫਿਰ ਇਹਦਾ ਮਤਲਬ ਜੰਮ ਰਿਹਾ, ਮਰ ਰਿਹਾ ਹੈ। ਸਰੀਰ ਨੇ ਪੈਦਾ ਵੀ ਹੋਣਾ, ਸਰੀਰ ਨੇ ਮਰਨਾ ਵੀ ਹੈ। ਨਿਰੰਕਾਰ ਸਰੀਰ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਉਹ ਪ੍ਰਵੇਸ਼ ਕਰਦਾ। ਜਿਵੇਂ ਭੂਤ ਪ੍ਰੇਤ ਕਿਸੇ ਸਰੀਰ 'ਚ ਪ੍ਰਵੇਸ਼ ਕਰਕੇ ਬੋਲਦੇ ਨੇ, ਫਿਰ ਪਤਾ ਲੱਗਦਾ, ਪਤਾ ਲੱਗ ਜਾਂਦਾ। ਲੜਕੀ ਜਿਹੜੀ ਹੈ ਉਹ 'ਚ ਭੂਤ ਪ੍ਰਵੇਸ਼ ਕਰ ਗਿਆ ਹੈ, ਉਹ ਬੰਦਿਆਂ ਨੂੰ ਬੋਲ ਰਹੀ ਹੈ।
ਬੰਦਾ ਕਿ ਬੋਲ ਰਹੀ ਹੈ, ਉਰਦੂ ਬੋਲ ਰਹੀ ਹੈ। ਪਤਾ ਵੀ ਜਿਹੜਾ ਭੂਤ ਹੈ ਉਹ ਮੁਸਲਮਾਨ ਹੈ, ਉਰਦੂ ਬੋਲ ਰਿਹਾ ਹੈ, ਉਹ ਬੋਲ ਰਿਹਾ। ਦੇਖਣ ਨੂੰ ਲੜਕੀ ਹੈ, ਵਿੱਚ ਬੰਦਾ ਬੋਲ ਰਿਹਾ ਹੈ। ਦੇਖਣ ਨੂੰ ਬੰਦਾ ਹੈ, ਵਿੱਚ ਪਰਮਾਤਮਾ ਬੋਲ ਰਿਹਾ ਹੈ। ਕੋਈ ਗੱਲ ਸਮਝ ਆ ਰਹੀ ਹੈ? ਭੂਤ ਪ੍ਰੇਤ ਤੋਂ ਸਮਝ ਆ ਜਾਏਗੀ ਗੱਲ। ਭੂਤ ਪ੍ਰੇਤ ਵਿੱਚ ਬੈਠ ਕੇ ਬੋਲਦਾ ਹੈ, ਉਂਝ ਨਹੀਂ ਬੋਲਦਾ। ਉਹ ਉਂਝ ਬੋਲੇ ਕਿ ਸਾਨੂੰ ਸਮਝ ਨਹੀਂ ਆਣੀ, ਸਾਨੂੰ ਦਿਸਣਾ ਨਹੀਂ। ਉਹ ਕਿਤੇ ਵਿੱਚ ਬੈਠਦਾ ਹੈ, ਫਿਰ ਉਹ ਬੋਲਦਾ ਹੈ। ਫਿਰ ਜੋ ਬੋਲਦਾ ਹੈ, ਫਿਰ ਸਾਨੂੰ ਪਤਾ ਲੱਗਦਾ ਵੀ ਜਿਹੜਾ ਇਹ ਬੰਦਾ ਹੈ, ਜੇ ਔਰਤ ਹੈ, ਇਹ ਨਹੀਂ ਬੋਲ ਰਹੀ, ਇਹਦੇ ਵਿੱਚ ਕੁਝ ਬੋਲਦਾ ਹੈ। ਰਕਾਨੇ ਹੈ, ਤੂੰ ਨਹੀਂ ਬੋਲਦੀ, ਤੇਰੇ ਵਿੱਚ ਕੁਝ ਬੋਲਦਾ, ਫਿਰ ਵਿੱਚ ਕੁਝ ਬੋਲਣ ਲੱਗ ਜਾਂਦਾ ਹੈ। ਐਵੇਂ ਨਹੀਂ ਗੀਤ ਬਣੇ ਹੋਏ। ਕੋਈ ਕੋਈ ਲਾਈਨ ਮੈਨੂੰ ਜਿਹੜੀ ਹੈ ਸੰਬੰਧਿਤ ਹੁੰਦੀ ਹੈ ਬਾਣੀ ਨਾਲ, ਉਹ ਯਾਦ ਰਹਿ ਜਾਂਦੀ ਹੈ ਵੀ ਹਾਂ। ਇਸੇ ਤਰ੍ਹਾਂ ਪਰਮਾਤਮਾ ਜਿਸ ਸਰੀਰ ਦੇ ਵਿੱਚ ਬੈਠ ਕੇ ਬੋਲਦਾ ਹੈ, ਉਸ ਨੂੰ ਅਸੀਂ ਕਹਿੰਦੇ ਗੁਰੂ, ਉਸ ਨੂੰ ਅਸੀਂ ਕਹਿੰਦੇ ਬ੍ਰਹਮ ਗਿਆਨੀ। ਉਹਨੂੰ ਕਹਿੰਦੇ ਉਹ ਪਰਮਾਤਮਾ ਹੀ ਹੁੰਦਾ ਹੈ, ਸਿਰਫ ਇੱਕ ਸਰੀਰ ਦੇ ਵਿੱਚ ਪ੍ਰਵੇਸ਼ ਕਰ ਗਿਆ ਹੈ। ਕਬੂ ਬੇਤਾ ਬ੍ਰਹਮ ਵਿਚਾਰ, ਕਦੇ ਕਹਿੰਦੇ ਰੱਬੀ ਵਿਚਾਰ ਦਾ ਜਾਣੂ ਬਣਦਾ। ਇਸ ਤਰ੍ਹਾਂ ਬੋਲਦਾ ਫਿਰ ਨਾਨਕ ਆਪ ਮਿਲਾਵਣ ਹਾਰ। ਪਰਮਾਤਮਾ ਆਪ ਹੀ ਜੀਵ ਨੂੰ ਆਪਣੇ ਨਾਲ ਮਿਲਾਉਣ ਵਾਲਾ ਹੈ। ਉਹੀ ਮਿਲਾਉਂਦਾ, ਸਿਰਫ ਇਹਨੇ ਗੁਰੂ ਦੇ ਰਾਹੀਂ ਮਿਲਾਉਂਦਾ ਹੈ, ਸਿੱਧਾ ਨਹੀਂ ਮਿਲਾਉਂਦਾ। ਉਹਨੇ ਕੋਈ ਐਸਾ ਵਿਧਾਨ ਬਣਾਇਆ ਹੋਇਆ ਹੈ ਕਿ ਕੋਈ ਮੈਨੂੰ ਸਿੱਧਾ ਨਹੀਂ ਮਿਲ ਸਕਦਾ। ਉਹ ਗੁਰੂ ਦੇ ਰਾਹੀਂ ਮਿਲਦਾ ਹੈ। ਇਸ ਲਈ ਸਾਨੂੰ ਸੌਖਾ ਹੋ ਗਿਆ ਵੀ ਗੁਰੂ ਤੇ ਦਿਸਦਾ। ਜਿਵੇਂ ਗੁਰੂ ਕਹਿੰਦਾ ਉਵੇਂ ਲੱਗ ਜਾਓ ਕਰਨ, ਗੁਰੂ ਮਹਾਰਾਜ ਖੁਸ਼ ਹੋ ਜਾਣਗੇ। ਗੁਰੂ ਮਹਾਰਾਜ ਖੁਸ਼, ਸਮਝੋ ਰੱਬ ਖੁਸ਼ ਹੋ ਗਿਆ, ਬਸ ਗੁਰੂ ਖੁਸ਼ ਹੋ ਗਿਆ, ਰੱਬ ਖੁਸ਼ ਹੋ ਗਿਆ। ਰੱਬ ਦੇ ਦਰਸ਼ਨ ਦਿਦਾਰੇ ਹੋ ਜਾਣੇ, ਮੇਲਾ ਦੇ ਆਪ ਹੀ ਮਿਲਾਉਣ ਵਾਲਾ। ਕਬੂ ਨਿਰਤ ਕਰੈ ਬਹੁ ਭਾਂਤ। ਨਿਰਤ ਜਿਹਨੂੰ ਕਹਿੰਦੇ ਹਿੰਦੀ ਕਹਿੰਦੇ ਨ੍ਰਿਤ। ਕਬੂ ਨ੍ਰਿਤ ਕਰੈ ਬਹੁ ਭਾਂਤ। ਗੁਰਬਾਣੀ ਦੇ ਵਿੱਚ ਪੈਰਾਂ 'ਚ ਘੱਟ ਅੱਖਰ ਪਾਏ ਨੇ, ਪੂਰੇ ਪਾਏ ਹੋਏ ਹਨ। ਅਸਲ ਉਚਾਰਨ ਇਹਦਾ ਹੈ ਨ੍ਰਿਤ। ਕਈ ਤਰੀਕਿਆਂ ਨਾਲ ਉਹ ਨਾਚ ਕਰਦਾ ਹੈ। ਨ੍ਰਿਤ ਹੈ, ਕਈ ਤਰੀਕਿਆਂ ਨਾਲ ਨਾਚ ਕਰਦਾ ਹੈ। ਕਦੇ ਜਾਨਵਰਾਂ 'ਚ ਬੈਠ ਕੇ, ਕਦੇ ਪਸ਼ੂਆਂ 'ਚ ਬੈਠ ਕੇ, ਕਦੇ ਬੰਦਿਆਂ 'ਚ ਬੈਠ ਕੇ। ਕਬੂ ਸੋਏ ਰਹਿ ਦਿਨ ਰਾਤ, ਕਦੇ ਦਿਨ ਰਾਤ ਸੁੱਤਾ ਰਹਿੰਦਾ ਹੈ। ਕਦੇ ਬੰਦਾ ਨੱਚਦਾ ਟੱਪਦਾ ਰਹਿੰਦਾ, ਬੜੇ ਕੰਮ ਧੰਦੇ ਕਰਦਾ, ਕਦੇ ਕੁਛ ਕਰਦਾ, ਕਦੇ ਕੁਛ ਕਰਦਾ, ਕਦੇ ਸੁੱਤਾ ਰਹਿੰਦਾ। ਕਬੂ ਮਹਾ ਕ੍ਰੋਧ ਵਿਕਰਾਲ। ਕਦੇ ਇਨਸਾਨ ਬੜੇ ਡਰਾਉਣੇ ਭਿਆਨਕ ਕ੍ਰੋਧ ਚ ਆ ਜਾਂਦਾ ਵੀ ਹੁਣ ਮਾਰੂਗਾ ਇਹ ਹੜਦੇ। ਕਈ ਵਾਰ ਇੰਨਾ ਗੁੱਸਾ ਚੜ੍ਹਦਾ ਵੀ ਅਗਲੇ ਨੂੰ ਮਾਰ ਦਈਏ। ਜੇ ਤਾਕਤ ਕੋਲ ਹੋਵੇ ਤਾਂ ਮਾਰ ਵੀ ਦਿੰਦਾ, ਜਾਂ ਮੂਰਖ ਹੋਵੇ ਤਾਂ ਵੀ ਮਾਰ ਦਿੰਦਾ ਗੁੱਸਾ ਚੜ੍ਹਦੇ ਜਦੋਂ। ਕਿਉਂਕਿ ਜਦੋਂ ਕਾਮ ਚੜ੍ਹਦਾ ਜਾਂ ਗੁੱਸਾ ਚੜ੍ਹਦਾ, ਫਿਰ ਆਪਣੇ ਪਰਾਏ ਦਾ ਪਤਾ ਹੀ ਨਹੀਂ ਲੱਗਦਾ ਹੈ ਕਿ ਆਪਣਾ ਹੈ ਕਿ ਪਰਾਇਆ ਹੈ। ਉਦੋਂ ਮੱਤ ਮਾਰੀ ਜਾਂਦੀ ਹੈ। ਹਾਲਾਂਕਿ ਬੰਦਾ ਤਾਂ ਸਿਆਣਾ ਸੀ ਨੇ ਕੀਤੇ, ਉਦੋਂ ਮੱਤ ਮਾਰੀ ਜਾਂਦੀ। ਇਹ 5 ਪ੍ਰਵਿਰਤੀਆਂ ਨੇ ਜਿਹੜੀਆਂ ਜਨਮ ਜਾਤ ਨੇ, ਜਿਹੜੀਆਂ ਕੀੜੇ ਤੋਂ ਲੈ ਕੇ ਬੰਦੇ ਤੱਕ ਸਭ ਦੇ ਵਿੱਚ ਨੇ। ਇਹ ਜਨਮ ਜਾਤ ਪ੍ਰਵਿਰਤੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ 5 ਚੀਜ਼ਾਂ ਕੀੜੇ ਤੋਂ ਲੈ ਕੇ ਹਾਥੀ ਕੀ ਇਨਸਾਨ ਤੱਕ ਸਭ ਦੇ ਵਿੱਚ ਹੁੰਦੀਆਂ, ਸਭ ਦੇ ਵਿੱਚ ਹੁੰਦੀਆਂ। ਸੋ ਇਸ ਲਈ ਫਿਰ ਇੰਨਾ ਡਰਾਉਣਾ ਕ੍ਰੋਧ ਚੜ੍ਹਦਾ ਹੈ, ਭਿਆਨਕ ਕ੍ਰੋਧ ਚੜ੍ਹਦਾ ਹੈ। ਭਾ ਕਦੇ ਬੜੇ ਕ੍ਰੋਧ 'ਚ ਆ ਜਾਂਦਾ ਹੈ। ਕਬੂ ਸਰਬ ਕੀ ਹੋਤ ਰਵਾਲ। ਰਵਾਲ ਕਹਿੰਦੇ ਚਰਨ ਧੂੜ। ਕਦੇ ਕਹਿੰਦੇ ਮੈਂ ਤਾਂ ਅੱਜ ਤੁਹਾਡਾ ਦਾਸ ਹਾਂ ਜੀ, ਮੈਂ ਤਾਂ ਸੰਗਤ ਦਾ ਸੇਵਕ ਹਾਂ ਜੀ, ਮੈਂ ਤਾਂ ਸੰਗਤ ਦਾ ਕੂਕਰ ਹਾਂ ਜੀ, ਮੈਂ ਤਾਂ ਨਿਮਾਣਾ ਨਿਤਾਣਾ ਹਾਂ ਜੀ, ਮੈਂ ਤਾਂ ਤੁਹਾਡੇ ਚਰਨਾਂ ਦੀ ਖਾਕ ਹਾਂ ਜੀ। ਫਾਰਸੀ 'ਚ ਖਾਕ ਕਹਿੰਦੇ, ਹਿੰਦੀ 'ਚ ਰਵਾਲ ਕਹਿੰਦੇ, ਚਰਨ ਧੂੜ। ਕਦੇ ਸਾਰਿਆਂ ਦੀ ਚਰਨ ਧੂੜ ਹੋ ਜਾਂਦਾ, ਕਦੇ ਬੜਾ ਗੁਸੈਲ ਹੋ ਜਾਂਦਾ ਹੈ, ਕਦੇ ਬੜਾ ਹੀ ਨਿਮਾਣਾ ਜਿਹਾ ਹੋ ਜਾਂਦਾ, ਨਿਮਰਤਾ ਲੈਂਦਾ। ਕਬੂ ਹੋਏ ਬਹਿ ਬੜ ਰਾਜਾ। ਕਦੇ ਵੱਡਾ ਰਾਜਾ ਬਣ ਪੈਂਦਾ ਹੈ, ਵੱਡਾ ਰਾਜਾ ਬਣ ਜਾਂਦਾ। ਮੇਰੇ ਵਰਗਾ ਕੋਈ ਹੈ ਹੀ ਨਹੀਂ ਹੈਗਾ।
ਕਬੂ ਭਿਖਾਰੀ ਨੀਚ ਕਾ ਸੱਜ, ਕਦੇ ਭਿਖਾਰੀਆਂ ਵਾਲੇ ਕੱਪੜੇ ਪਾ ਲੈਂਦਾ, ਨੀਚਾਂ ਵਾਲੇ ਭਿਖਾਰੀਆਂ ਵਾਲੇ ਸਾਜ ਕਰਦਾ, ਪਾਓ ਇਹੋ ਜਿਹੇ ਪਹਿਰਾਵਾ ਪਾਉਂਦਾ, ਕੱਪੜੇ ਪਾਉਂਦਾ। ਭਿਖਾਰੀ ਦੀ ਮਜਬੂਰੀ ਹੈ ਕਿ ਉਹਨੂੰ ਸੜੇ ਪੈੜੇ ਜਿਹੇ ਕੱਪੜੇ ਪਾਉਣੇ ਪੈਂਦੇ ਹਨ। ਤੁਸੀਂ ਉਹਨੂੰ ਨਵਾਂ ਸੂਟ ਦੇ ਦਿਓ, ਉਹ ਨਹੀਂ ਪਾਏਗਾ। ਉਹ ਅੱਗੇ ਭਾਵੇਂ ਕਿਸੇ ਨੂੰ ਦੇ ਦੇ, ਆਪਣੇ ਬਾਲ ਬੱਚੇ ਕਿਸੇ ਹੋਰ ਨੂੰ, ਆਪ ਨਹੀਂ ਪਾਏਗਾ। ਕਿਉਂ? ਜੋ ਨਵੇਂ ਕੱਪੜੇ ਪਾ ਕੇ ਬੈਠਾ ਉਹਨੂੰ ਭਿੱਖਿਆ ਕੌਣ ਦੇਗਾ? ਹਾਲਾਂਕਿ ਕਹਿੰਦੇ ਕਿਆ ਮੰਗਤੇ ਨੇ ਟੌਰ ਕੱਢੀ ਹੋਈ ਹੈ। ਉਹਦੀ ਮਜਬੂਰੀ ਹੈ, ਮਜਬੂਰੀ ਹੈ। 99% ਮੰਗਤੇ ਸ਼ਾਮ ਨੂੰ ਸ਼ਰਾਬਾ ਪੀਂਦੇ। ਕਿਉਂ? ਬਿਨਾਂ ਮਿਹਨਤ ਦੇ ਉਹਨੂੰ ਮਿਲੀ ਜਾਂਦਾ ਹੈ। ਲੋਕ ਆ ਕੇ ਰੋਟੀਆਂ ਦੇ ਦਿੰਦੇ ਨੇ, ਫਿਰ ਉਹ ਨਹੀਂ ਲੈਂਦੇ। ਨਾ ਜੀ, ਸਾਨੂੰ ਇੱਦਾਂ ਵਧੀਆ ਸਾਨੂੰ ਦੇਣ ਵਾਲਾ ਹੈਗਾ ਜੀ। ਤੁਹਾਡੇ ਖੀਰਿਆਂ ਨੂੰ ਵੀ ਪਸੰਦ ਨਹੀਂ ਕਰਦੇ। 12 ਦਰੀ 'ਚ ਬੈਠੇ ਹੁੰਦੇ ਨੇ, ਬੈਠਿਆਂ ਬਿਠਾਂ ਲੋਕ ਖਾਣ ਨੂੰ ਦਿੰਦੇ ਨੇ, ਪੈਸੇ ਦਿੰਦੇ ਨੇ। ਹਾਂਜੀ, ਸੜੇ ਜਿਹੇ ਉਹਨਾਂ ਨੇ ਕੱਪੜੇ ਪਾਉਣੇ। ਉਹਨਾਂ ਨੇ ਕਿਹੜਾ ਕੋਈ ਅਪ ਟੂ ਡੇਟ ਤਰੀਕੇ ਨਾਲ ਰਹਿਣਾ ਹੁੰਦਾ। ਬਸ ਜਿਹੜੇ ਤੁਸੀਂ ਪੈਸੇ ਦਿੱਤੇ ਉਹ ਰਾਤ ਨੂੰ ਪੀ ਪੂ ਕੇ ਪੈ ਰਹੇ, ਅਗਲੇ ਦਿਨ ਫਿਰ ਉਹੀ ਸੜੇ ਜਿਹੇ ਕੱਪੜੇ ਪਾ ਕੇ ਉੱਥੇ ਆ ਬੈਠੇ। ਠੂਠਾ ਹੁੰਦੇ ਕੋਲ ਹੁੰਦੇ, ਠੂਠਾ ਵੀ ਵਿੰਗਾ ਚੜਿੰਗਾ ਹੁੰਦਾ ਜੇ ਬੜਾ ਪੁਰਾਣਾ ਹੁੰਦਾ। ਚਿੱਬ ਪਏ ਤਾਂ ਜਾਣ ਕੇ ਪਾ ਜਾਂਦੇ ਬਸ ਚਿੱਬ, ਪਿਗੜਾ ਲੱਗੇ ਬੱਲੇ ਬੱਲੇ। ਬਹੁਤ ਹੀ ਗਰੀਬ ਹੈ ਵਿਚਾਰਾ, ਤਰਸ ਆਵੇ। ਦੂਜਿਆਂ ਦੇ 'ਚ ਤਰਸ ਭਾਵਨਾ ਪੈਦਾ ਕਰਨ ਲਈ ਕਈ ਕੁਛ ਕਰਨਾ ਪੈਂਦਾ। ਕਬੂ ਅਪਕੀਰਤ ਮੈਂ ਆਵੇ, ਅਤੇ ਕਦੇ ਕਦੇ ਆਪਣੀ ਆਪਣੀ ਬਦਨਾਮੀ ਕਰਾਉਂਦਾ। ਕੀਰਤੀ ਵਡਿਆਈ ਹੁੰਦੀ ਆ, ਅਪਕੀਰਤ ਬਦਨਾਮੀ। ਕਦੇ ਐਸੇ ਕਰਮ ਕਰਦਾ ਕਿ ਲੋਕ ਬਦਨਾਮੀ ਕਰਦੇ ਨੇ। ਕਬੂ ਭਲਾ ਭਲਾ ਕਹਾਵੇ, ਅਤੇ ਕਈ ਵਾਰੀ ਲੋਕ ਕਹਿੰਦੇ ਆਹ ਬੜਾ ਭਲਾ ਪੁਰਸ਼ ਹੈ ਜੀ, ਬੜਾ ਚੰਗਾ ਹੈ ਜੀ, ਇਹ ਤਾਂ ਭਲਾ ਹੈ ਜੀ। ਜਿਉਂ ਪ੍ਰਭ ਰਾਖੈ ਤਿਵ ਹੀ ਰਹੈ। ਇਹ ਇਨਸਾਨ ਉਸੇ ਤਰ੍ਹਾਂ ਹੀ ਰਹਿੰਦਾ ਹੈ ਜਿਵੇਂ ਪਰਮਾਤਮਾ ਇਸ ਨੂੰ ਰੱਖਦਾ ਹੈ। ਜਿਸ ਅਵਸਥਾ 'ਚ, ਜਿਸ ਹਾਲਤ 'ਚ ਪਰਮਾਤਮਾ ਜੀਵ ਨੂੰ ਰੱਖਦਾ ਹੈ, ਇਹ ਉਸੇ ਹਾਲਤ ਵਿੱਚ ਰਹਿੰਦਾ ਹੈ। ਗੁਰ ਪ੍ਰਸਾਦ ਨਾਨਕ ਸੱਚ ਕਹੇ। ਗੁਰੂ ਦੀ ਕਿਰਪਾ ਜਿਸ 'ਤੇ ਹੋ ਜਾਏ, ਫਿਰ ਉਹ ਪਰਮਾਤਮਾ ਦਾ ਨਾਮ ਜਪਦਾ। ਸੱਚ ਕਹੇ, ਪਰਮਾਤਮਾ ਦਾ ਨਾਮ ਜਪਦਾ। ਫਿਰ ਉਹ ਵਾਹਿਗੁਰੂ 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 ਕਰਦੇ, ਕਿ ਉਹ ਸੱਚ ਤਾਂ ਇੱਕ ਹੀ ਹੈ ਨਾ। ਸੱਚ ਤਾਂ ਸਿਰਫ ਪਰਮਾਤਮਾ ਹੈ, ਬਾਕੀ ਤਾਂ ਹੋਰ ਕੋਈ ਸੱਚ ਹੈ ਨਹੀਂ ਹੈ। ਇਸ ਲਈ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ। ਕਬੂ ਹੋਏ ਪੰਡਤ ਕਰੇ ਬਖਿਆਨ। ਇਹ ਖੱਖੇ ਦੇ ਪੈਰ 'ਚ ਅੱਧਾ ਯਈਆ ਹੈ। ਚਾਹੇ ਖੱਖੇ ਦੇ ਨਾਲ ਪੂਰਾ ਯਈਆ ਵੀ ਲੱਗਾ ਹੋਵੇ, ਚਾਹੇ ਖੱਖੇ ਦੇ ਪੈਰ 'ਚ ਅੱਧਾ ਯਈਆ ਹੋਵੇ। ਯਈਆ ਕਈ ਵਾਰੀ ਪੂਰਾ ਵੀ ਲੱਗਾ ਹੁੰਦਾ ਹੈ। ਜਿਸ ਅੱਖਰ ਦੇ ਨਾਲ ਪੂਰਾ ਯਈਆ ਲੱਗਾ ਹੈ, ਉਸੇ ਅੱਖਰ ਨੂੰ ਸਿਹਾਰੀ ਲੱਗਦੀ ਹੈ ਅਤੇ ਯਈਆ ਆੜੇ ਦੀ ਆਵਾਜ਼ ਦਿੰਦਾ ਹੈ। ਹੁਣ ਇਹ ਖੱਖੇ ਦੇ ਪੈਰ 'ਚ ਅੱਧਾ ਯਈਆ ਲੱਗਾ, ਖੱਖੇ ਨੂੰ ਸਿਹਾਰੀ ਲੱਗ ਗਈ, ਅੱਗੇ ਆੜਾ ਲੱਗ ਗਿਆ। ਉਹ ਕੰਨਾਂ ਜਿਹੜੇ ਖੱਖੇ ਨੂੰ ਕੰਨਾਂ ਲੱਗੇ, ਉਹ ਆੜੇ ਲੱਗ ਜਾਏਗਾ। ਹੋ ਗਿਆ ਬਖਿਆਨ, ਜਿਹਨੂੰ ਹਿੰਦੀ ਕਹਿੰਦੇ ਨੇ ਵਖਿਆਨ, ਭਾਸ਼ਣ, ਲੈਕਚਰ ਜਿਹਨੂੰ ਇੰਗਲਿਸ਼ ਕਹਿੰਦੇ। ਪੰਡਤ ਦਾ ਭਾਵ ਵਿਦਵਾਨ। ਇੱਕ ਤਾਂ ਜਾਤ ਹੁੰਦੀ ਉਹਦੀ ਬ੍ਰਾਹਮਣ। ਉਹੀ ਤਾਂ ਬ੍ਰਾਹਮਣ ਵੀ ਉਹ ਹੁੰਦੇ ਜਿਹੜਾ ਬ੍ਰਾਹਮਣ ਨੂੰ ਜਾਣਦਾ ਹੈ। ਜਿਹੜਾ ਬ੍ਰਾਹਮਣ ਨੂੰ ਜਾਣਦਾ ਹੈ, ਅਸਲ ਉਹਨੂੰ ਬ੍ਰਾਹਮਣ ਕਹਿੰਦੇ। ਫਿਰ ਅੱਗੇ ਜਾਤ ਚੱਲ ਪਈ, ਜਾਤਾਂ ਬਣ ਗਈਆਂ ਬਾਅਦ ਸਮਾਂ ਪਾ ਕੇ। ਹੁਣ ਤਾਂ ਸਰਕਾਰ ਨੇ ਜਿਹੜਾ ਹੈ ਪੱਕੀ ਜਾਤ ਪਾਤ ਪੱਕੀ ਕਰ ਦਿੱਤੀ ਹੈ, ਆਧਾਰ ਕਾਰਡ 'ਚ ਲਿਖ ਕੇ। ਬਸ ਤੁਸੀਂ ਚਮਿਆਰ ਹੋ, ਸਾਰੀ ਉਮਰ ਚਮਿਆਰ ਹੀ, ਤੁਹਾਡੇ ਬੱਚੇ ਵੀ ਚਮਿਆਰ ਹੀ ਰਹਿਣਗੇ, ਚੂੜੇ ਚੂੜੇ ਹੀ ਰਹਿਣਗੇ। ਜੋ ਕੁਛ ਤੁਸੀਂ ਜੰਮ ਪਏ ਹੋ ਉਹੀ ਰਹੋਗੇ। ਬਸ ਤੁਸੀਂ ਆਪਣੀ ਜਾਤ ਨੂੰ ਬਦਲ ਹੀ ਨਹੀਂ ਸਕਦੇ। ਕਿਤੇ ਧਰਮ ਕਹਿੰਦਾ ਵੀ ਜਾਤ ਪਾਤ ਖਤਮ ਕਰੋ, ਇਹ ਅਤੇ ਹੁਣ ਪੱਕੀ ਕਰਤੀ ਹੈ। ਬਸ ਹੁਣ ਤੁਸੀਂ ਮੁਕਰ ਵੀ ਨਹੀਂ ਸਕਦੇ ਹੈ, ਪੱਕੀ ਕਰਤੀ। ਬਸ ਜਿਸ ਜਾਤ ਤੁਸੀਂ ਪੈਦਾ ਹੋਣੇ, ਇਸੇ 'ਚ ਹੀ ਰਹੋਗੇ, ਤੁਸੀਂ ਆਪਣਾ ਬਦਲ ਨਹੀਂ ਸਕਦੇ। ਕਦੇ ਵਿਦਵਾਨ ਬਣ ਕੇ ਕਹਿੰਦੇ ਫਿਰ ਲੈਕਚਰ ਕਰਦਾ ਹੈ, ਵਿਖਿਆਨ ਕਰਦਾ ਹੈ। ਕਬੂ ਮੌਨ ਧਾਰੀ ਲਾਵੇ ਧਿਆਨ। ਮੌਨ ਧਾਰੀ ਦਾ ਚੁੱਪ ਕਰ ਰਹਿਣਾ। ਕਈਆਂ ਚੁੱਪ ਨਹੀਂ ਕਰਦੇ, ਮੂੰਹ 'ਤੇ ਪੱਟੀ ਬੰਨ੍ਹ ਲੈਂਦੇ, ਜਿਹੜਾ ਸੌਖਾ ਰਹੇਗਾ। ਦੂਜਾ ਵੀ ਨਹੀਂ ਬੁਲਾਏਗਾ ਵੀ ਇਹਨੇ ਮੂੰਹ 'ਤੇ ਪੱਟੀ ਬੰਨੀ ਹੋਈ ਹੈ। ਇਹ ਮੌਨ ਧਾਰੀ ਹੈ। ਸਿੱਖ ਧਰਮ 'ਚ ਮੌਨ ਧਾਰੀ ਹੋਣਾ ਕੋਈ ਵੱਡੀ ਵਡਿਆਈ ਨਹੀਂ ਹੈਗੀ।
ਧਰਮ ਕਹਿੰਦਾ ਪਰਮਾਤਮਾ ਨੇ ਜੀਭ ਦਿੱਤੀ ਹੋਈ, ਇਹਦੀ ਵਰਤੋਂ ਕਰੋ। ਜਿਵੇਂ ਇੱਕ ਸਾਧੂ ਨੂੰ ਮੈਂ ਦੇਖਿਆ, ਉਹਨੇ ਸਲੇਟ ਰੱਖੀ ਹੋਈ ਹੈ, ਕੋਲ ਸਲੇਟੀ ਰੱਖੀ ਹੋਈ ਹੈ। ਮੈਂ ਪ੍ਰਸ਼ਨ ਪੁੱਛਿਆ, ਉਹ ਸਲੇਟ 'ਤੇ ਲਿਖੂਗਾ, ਫਿਰ ਉਹ ਮੈਨੂੰ ਵਿਖਾਏਗਾ, ਆਹ ਲਿਖਿਆ। ਮੈਂ ਦੱਸ ਭਲਿਆ ਮਾਨਸਾ, ਰੱਬ ਨੇ ਤੈਨੂੰ ਜੀਭ ਦਿੱਤੀ ਹੈ, ਕਾਹਦੇ ਲਈ ਦਿੱਤੀ? ਤੂੰ ਪਹਿਲਾਂ ਲਿਖ ਦੇ, ਫਿਰ ਦੂਜੇ ਨੂੰ ਵਿਖਾਉਣਾ। ਉਂਝ ਹੀ ਮਨੁੱਖ ਵਕਤ ਨੂੰ ਪੜਿਆ ਹੋਇਆ ਦੇਖੋ ਵੀ ਦਾਤੇ ਨੇ ਅੰਗ ਕਿਉਂ ਲਾਏ ਨੇ? ਵਰਤੋਂ ਲਈ ਲਾਏ ਨੇ। ਹਾਂ ਠੀਕ ਹੈ ਜੀ, ਸਹਿਯੋਗ ਵਰਤੋਂ ਕਰਨੀ ਹੈ। ਜੋ ਵੀ ਅੰਗ ਲਾਇਆ ਹੋਇਆ ਉਹਦੀ ਵਰਤੋਂ ਕਰਨੀ, ਪਰ ਉਹਦੀ ਸਹੀ ਵਰਤੋਂ ਕਰਨੀ। ਬਸ ਲੋਕ ਅੰਗਾਂ ਦੀ ਗਲਤ ਵਰਤੋਂ ਕਰਦੇ ਨੇ, ਇਸ ਲਈ ਮੁਸੀਬਤ ਨੂੰ ਫੜੇ ਜਾਂਦੇ ਨੇ। ਜੀਭ ਲਾਈਏ ਬੋਲਣ ਲਈ, ਨਾ ਕਿ ਗਾਲਾਂ ਕੱਢਣ ਲਈ ਲਾਈਏ। ਗਾਲਾਂ ਕੱਢਣ ਲਈ ਤਾਂ ਨਹੀਂ ਲਾਈ, ਇਹ ਤਾਂ ਬੋਲਣ ਲਈ ਲਾਈ ਹੋਈ ਵੀ ਤੁਸੀਂ ਆਪਣੀ ਗੱਲਬਾਤ ਦੂਸਰੇ ਦਾ ਕਰ ਸਕੋ। ਹੁਣ ਜੇ ਅਸੀਂ ਗਾਲਾਂ ਕੱਢਾਂਗੇ ਤਾਂ ਫਿਰ ਅੱਗੋਂ ਗਾਲਾਂ ਹੀ ਖਾਵਾਂਗੇ ਜਾਂ ਛਿੱਤਰ ਖਾਵਾਂਗੇ। ਹੱਥ ਦਿੱਤੇ ਨੇ ਕੰਮ ਕਰਨ ਲਈ ਦਿੱਤੇ, ਨਾ ਕਿ ਚੋਰੀਆਂ ਕਰਨ ਲਈ, ਡਾਕੇ ਮਾਰਨ, ਲੋਕਾਂ ਦੇ ਜਿੰਦੇ ਤੋੜਨ ਲਈ ਦਿੱਤੇ ਨੇ। ਸਾਨੂੰ ਇਹ ਪਤਾ ਹੀ ਨਹੀਂ ਕਿ ਜਿਹੜੇ ਸਾਨੂੰ ਅੰਗ ਲੱਗੇ ਨੇ, ਲੱਗੇ ਕਾਹਦੇ ਲਈ ਨੇ। 90% ਲੋਕਾਂ ਤੇ ਇਹੀ ਨਹੀਂ ਪਤਾ ਜਿਹੜੇ ਤੈਨੂੰ ਅੰਗ ਲੱਗੇ ਨੇ ਕਾਹਦੇ ਲਈ ਲੱਗੇ ਨੇ, ਇਹ ਲੱਗੇ ਕਾਹਦੇ ਨੇ, ਨਹੀਂ ਪਤਾ। ਜਦੋਂ ਕਿਸੇ ਚੀਜ਼ ਦੀ ਦੁਰਵਰਤੋਂ ਕੀਤੀ ਜਾਵੇਗੀ, ਸਾਡਾ ਨੁਕਸਾਨ ਹੋਏਗਾ ਹੀ ਹੋਏਗਾ। ਕਿਸੇ ਵੀ ਚੀਜ਼ ਦੀ ਦੁਰਵਰਤੋਂ ਕਰਕੇ ਵੇਖ ਲਓ ਤੁਸੀਂ, ਤੁਹਾਡਾ ਨੁਕਸਾਨ ਹੋਏਗਾ। ਬਾਣੀ ਉਹਦੀ ਸਹੀ ਵਰਤੋਂ ਸਾਨੂੰ ਸਿਖਾਉਂਦੀ ਹੈ। ਬਾਣੀ ਲੋਕ ਪੜ੍ਹਦੇ ਨਹੀਂ, ਸਮਝਦੇ ਨਹੀਂ, ਇਸ ਲਈ ਅੰਗਾਂ ਦੀ ਗਲਤ ਵਰਤੋਂ ਕਰਦੇ। ਗਲਤ ਵਰਤੋਂ ਕਰਨ ਕਰਕੇ ਮੁਸੀਬਤਾਂ ਨੂੰ ਫੜੇ ਜਾਂਦੇ ਨੇ। ਆ ਥਾਣੇ 'ਚ ਧੱਕੇ ਖਾ ਰਹੇ, ਕਚਹਿਰੀਆਂ 'ਚ ਧੱਕੇ ਖਾ ਰਹੇ ਨੇ, ਉਹਦੇ 'ਚ ਜੇਲ੍ਹਾਂ 'ਚ ਬੇਅੰਤ ਦੁਨੀਆਂ ਬੰਦ ਹੈ। ਸਿਰਫ ਅੰਗਾਂ ਦੀ ਗਲਤ ਵਰਤੋਂ ਕਾਰਨ ਹੈ। ਜਿੱਦੇ ਕਿਤੇ ਜੋ ਕੁਛ ਮਨੁੱਖ ਕੋਲੇ ਹੈ, ਇਹ ਕਿਤੇ ਨੂੰ ਸਹੀ ਵਰਤਣਾ ਆ ਗਏ ਤੇ ਸਵਰਗ ਹੋ ਸਕਦੇ। ਇਹਦਾ ਜੀਵਨ ਸਵਰਗ ਹੋ ਸਕਦਾ ਹੈ, ਇਹ ਧਰਤੀ ਸਵਰਗ ਹੋ ਸਕਦੀ ਹੈ। ਜੋ ਕੁਛ ਸਾਡੇ ਕੋਲ ਕਿਤੇ ਸਹੀ ਵਰਤਣਾ ਆ ਜਾਏ। ਨਾ ਸਾਨੂੰ ਪੈਸਾ ਵਰਤਣਾ ਆਉਂਦਾ, ਹਾਂ ਖਰਚਣਾ ਆਉਂਦਾ। ਸਾਨੂੰ ਪੈਸਾ ਖਰਚਣਾ ਆਉਂਦਾ, ਵਰਤਣਾ ਨਹੀਂ ਆਉਂਦਾ। ਉਹ ਤਾਂ ਮਸਾਂ 10% ਲੋਕ ਹੋਣਗੇ ਜਿਹਨਾਂ ਨੂੰ ਪੈਸਾ ਵਰਤਣਾ ਆਉਂਦਾ ਹੈਗਾ, ਖਰਚਣਾ ਆਉਂਦਾ। ਲੱਖਾਂ ਖਰਚਦੇ ਇੱਕ ਦਿਨ 'ਚ, ਪਰ ਲੱਖਾਂ ਇੱਕ ਦਿਨ ਵਰਤੇ ਨਹੀਂ ਜਾ ਸਕਦੇ, ਖਰਚੇ ਜਾ ਸਕਦੇ ਨੇ। ਸਾਨੂੰ ਸਿਹਤ ਮਿਲੀ ਹੈ, ਇਹਦੀ ਵਰਤੋਂ ਨਹੀਂ ਸਾਨੂੰ ਆਉਂਦੀ। ਆ ਜਿੰਨੇ ਚੋਰ, ਡਾਕੂ, ਲੁਟੇਰੇ, ਠੱਗ, ਬਦਮਾਸ਼ ਸਾਰੇ ਨੇ ਸਾਰੇ ਸਿਹਤਮੰਦ ਸਨ। ਜਦੋਂ ਇੱਕ ਲੱਗੇ, ਬਿਮਾਰ ਵਾਲਾ ਕੀ ਕਰੇਗਾ? ਸਿਹਤ ਮਿਲੀ ਸੀ, ਕੋਈ ਚੱਜ ਦਾ ਕਰ ਜਾਂਦੇ, ਜ਼ਿੰਦਗੀ ਨਾਲ ਪੁੱਠੇ ਕੀਤੇ। ਵੇਲ ਮਿਲੀ ਹੈ ਨਾ, ਅਵਾਰਾਗਰਦੀ ਕਰਨੀ ਬਸ। ਇਹਦੀ ਵੇਲ ਮਿਲੀ ਹੈ, ਇਹਦਾ ਅਸੀਂ ਸਦਉਪਯੋਗ ਕਰ ਲਈਏ, ਇਹਦਾ ਕੋਈ ਲਾਭ ਉਠਾ ਲਈਏ ਨਾ। ਜੋ ਮੈਂ ਦੇਖੇ ਬੜੇ ਧਿਆਨ ਨਾਲ, ਮਨੁੱਖ ਕੋਲ ਜੋ ਕੁਛ ਹੈ ਉਹ ਇਹਨੂੰ ਵਰਤਣਾ ਹੀ ਨਹੀਂ ਆਉਂਦਾ ਹੈ। ਇਹ ਕੁਚੱਜਾ ਹੈ, ਆਪ ਵੀ ਦੁਖੀ ਹੁੰਦਾ, ਸਮਾਜ ਨੂੰ ਵੀ ਦੁਖੀ ਕਰਦਾ। ਕੁਚੱਜੇ ਲੋਕ ਆਪ ਵੀ ਦੁਖੀ। ਚੋਰ ਕੁਚੱਜਾ ਆਪ ਵੀ ਦੁਖੀ ਹੁੰਦਾ, ਸਮਾਜ ਨੂੰ ਵੀ ਦੁਖੀ ਕਰਦਾ। ਡਾਕੂ ਕੁਚੱਜਾ ਆਪ ਵੀ ਦੁਖੀ ਹੁੰਦਾ, ਸਮਾਜ ਨੂੰ ਵੀ ਦੁਖੀ ਕਰਦਾ। ਇਹ ਕੁਚੱਜੇ ਲੋਕ ਇਕੱਠੇ ਹੋ ਗਏ ਨੇ, ਇਸ ਲਈ ਸਮਾਜ 'ਚ ਅਫਰਾ ਤਫਰੀ ਮਚ ਗਈ ਹੈ, ਸ਼ਾਂਤੀ ਰਹੀ ਹੀ ਨਹੀਂ ਹੈ। ਕੁਚੱਜੇ ਸਾਰੇ ਪਾਸੇ ਹੋ ਗਏ ਨੇ। ਕਬੂ ਮੋਨ ਤਾਰੀ ਲਾਵੈ ਧਿਆਨ, ਕਦੇ ਮੋਨ ਤਾਰੀ ਬਣ ਕੇ ਪਰਮਾਤਮਾ ਨਾਲ ਧਿਆਨ ਜੋੜਨ ਦੀ ਕੋਸ਼ਿਸ਼ ਕਰਦਾ ਹੈ। ਕਬੂ ਤਟ ਤੀਰਥ ਇਸ਼ਨਾਨ, ਕਦੇ ਤਟ ਹੁੰਦਾ ਕਿਨਾਰਾ, ਦਰਿਆਵਾਂ ਦੇ ਕਿਨਾਰੇ ਨੂੰ ਕਹਿੰਦੇ ਤਟ। ਆਮ ਤੌਰ 'ਤੇ ਤੀਰਥ ਦਰਿਆਵਾਂ ਦੇ ਕਿਨਾਰੇ 'ਤੇ, ਕਿਉਂਕਿ ਸਾਧੂ ਬੈਠਿਆ ਕਦੇ ਦਰਿਆਵਾਂ ਦੇ ਕਿਨਾਰੇ 'ਤੇ ਪਾਣੀ ਚਾਹੀਦਾ ਸੀ। ਜਿੱਥੇ ਫਿਰ ਸਾਧੂ ਬਹੁਤ ਸਮਾਂ ਬੈਠ ਕੇ ਉਹ ਤੀਰਥ ਹੋ ਜਾਂਦਾ ਹੈ। ਉਹ ਤੀਰਥ ਹੋ ਜਾਂਦਾ ਕਿਉਂਕਿ ਧਰਤੀ ਪਵਿੱਤਰ ਹੋ ਜਾਂਦੀ ਹੈ। ਕਦੇ ਕਹਿੰਦੇ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਦਾ ਹੈ। ਕਬੂ ਸਿੱਧ ਸਾਧਿਕ ਮੁਖ ਗਿਆਨ, ਕਦੇ ਸਿੱਧ ਪੁਰਸ਼ ਬਣ ਜਾਂਦਾ ਹੈ। ਕਦੇ ਸਾਧਿਕ ਸਾਧਨਾ ਕਰਨ ਵਾਲਾ, ਨਾਮ ਜਪਣ ਵਾਲਾ ਬਣ ਜਾਂਦਾ ਹੈ। ਸਿੱਧ ਹੁੰਦਾ ਜਿਹਨੂੰ ਸਿੱਧੀ ਪ੍ਰਾਪਤ ਹੋ ਗਈ ਹੈ। ਸਾਧਿਕ ਹੁੰਦਾ ਜਿਹੜਾ ਸਿੱਧੀ ਪ੍ਰਾਪਤ ਕਰਨ ਲਈ ਯਤਨਸ਼ੀਲ ਹੈ। ਕਦੇ ਮੁੱਖ ਨਾਲ ਗਿਆਨ ਦੀਆਂ ਗੱਲਾਂ ਕਰਦਾ ਹੈ। ਕਬੂ ਕੀਟ ਹਸਤ ਪਤੰਗ ਹੋਏ ਜੀਆ, ਕੀਟ ਮੈਨੇ ਕੀੜਾ,
ਹਸਤ ਮੈਨੇ ਹਾਥੀ, ਪਤੰਗ ਮੈਨੇ ਪਤੰਗਾ। ਕਦੇ ਹਾਥੀ ਬਣ ਜਾਂਦਾ ਹੈ, ਕਦੇ ਕੀੜਾ ਬਣ ਜਾਂਦਾ ਹੈ, ਕਦੇ ਪਤੰਗਾ ਬਣ ਜਾਂਦਾ ਹੈ, ਉਹਨਾਂ 'ਚ ਪ੍ਰਵੇਸ਼ ਕਰ ਜਾਂਦਾ ਹੈ। ਅਨੇਕ ਜੋਨ ਪਰ ਮੈਂ ਪਰਮੀਆ, ਅਨੇਕਾਂ ਜੂਨੀਆਂ 'ਚ ਭਟਕਦਾ ਰਹਿੰਦਾ, ਕਦੇ ਕਿਸੇ ਜੂਨੀ, ਕਦੇ ਕਿਸੇ ਜੂਨੀ 'ਚ। ਕਿਉਂ? ਨਾ ਚੱਜ ਦਾ ਕੰਮ ਕੀਤਾ, ਨਾ ਨਾਮ ਜਪਿਆ, ਫਿਰ ਜੂਨੀਆਂ 'ਚ ਹੀ ਭਟਕਣਾ ਹੈ। ਕਿਉਂਕਿ ਮੁਕਤੀ ਦੇ ਦੋ ਗੱਲਾਂ ਨਾਲ ਮਿਲਦੀ ਹੈ, ਇੱਕ ਸਹੀ ਕਰਮ ਕਰਨਾ, ਦੂਜਾ ਨਾਮ ਜਪਣਾ। ਨਾਮ ਜਪਿਆ ਜਾ ਰਿਹਾ ਪਰ ਕਰਮ ਸਹੀ ਨਹੀਂ ਹੈ, ਭਾਵੇਂ 100 ਜਨਮ ਲੱਗੇ ਰਹੋ, ਨਹੀਂ ਪ੍ਰਾਪਤੀ ਹੋਵੇਗੀ। ਨਿਰੇ ਕਰਮ ਸਹੀ ਰਹੇ, ਨਾਮ ਨਹੀਂ ਜਪਿਆ ਜਾ ਤਾਂ ਵੀ ਪ੍ਰਾਪਤੀ ਨਹੀਂ ਹੋਵੇਗੀ। ਪ੍ਰਾਪਤੀ ਲਈ ਦੋਨੋਂ ਸ਼ਰਤਾਂ ਲਾਗੂ ਹੁੰਦੀਆਂ, ਸਹੀ ਕਰਮ ਕਰਨਾ ਅਤੇ ਨਾਮ ਜਪਣਾ। ਇੱਥੇ ਵੀ ਸੁਖੀ, ਅੱਗੇ ਵੀ ਸੁਖੀ। ਜਿਹੜਾ ਬੰਦਾ ਸਹੀ ਕਰਮ ਕਰਦਾ ਅਤੇ ਨਾਮ ਜਪਦਾ ਹੈ, ਉਹ ਲੋਕ ਸੁਖੀ ਪਰਲੋਕ ਸੋਲੇ ਦੇ ਆਪਣੇ ਹੋ ਜਾਂਦੇ ਨੇ। ਅਤੇ ਜਿਹਦੇ ਲੋਕ ਸੁਖੀ ਹੈ ਪਰਲੋਕ ਸੋਲੇ, ਨਾਨਕ ਹਰ ਪ੍ਰਭ ਆਪੇ ਮਿਲ, ਉਹਨੂੰ ਮਿਲਾ ਹੀ ਲੈਣਾ, ਮਿਲਾ ਹੀ ਲੈਣਾ। ਸੋ ਜੇ ਅਸੀਂ ਲੋਕ ਇਸ ਸੰਸਾਰ 'ਚ ਸੁਖੀ ਰਹਿਣਾ ਚਾਹੁੰਦੇ ਹਾਂ, ਸਾਨੂੰ ਸਹੀ ਕਰਮ ਕਰਨੇ ਚਾਹੀਦੇ, ਨਾਲ ਨਾਮ ਜਪਣਾ ਚਾਹੀਦਾ। ਇੱਥੇ ਵੀ ਸੁਖੀ, ਅੱਗੇ ਵੀ ਸੁਖੀ। ਨਹੀਂ ਤਾਂ ਫਿਰ ਜੂਨੀਆਂ 'ਚ ਅੱਡ-ਅੱਡ ਜੂਨੀ ਭਟਕਣਾ ਪੈਂਦਾ, ਕਦੇ ਕੁੱਤਾ, ਕਦੇ ਬਿੱਲੀ, ਕਦੇ ਊਠ, ਕਦੇ ਗਿੱਦੜ, ਕਦੇ ਸ਼ੇਰ, ਕਦੇ ਕੁਝ, ਕਦੇ ਕੁਝ। ਨਾਨਾ, ਇਹਨੂੰ ਨਾਨਾ ਨਹੀਂ ਪੜ੍ਹ ਦੇਣਾ, ਉਹ ਤਾਂ ਮਾਂ ਦਾ ਫਾਦਰ ਹੋ ਜਾਏਗਾ। ਨਾਨਾ, ਨਾਨਾ ਹਿੰਦੀ ਦਾ ਸ਼ਬਦ ਹੈ, ਕਈ ਪ੍ਰਕਾਰ। ਨਾਨਾ ਰੂਪ ਜੋ ਸਵਾਂਗੀ ਦਿਖਾਵੇ, ਸਵਾਂਗੀ ਜਿਹੜਾ ਕਈ ਬਹਿਰੂਪੀਆ ਜਿਹਨੂੰ ਕਹਿੰਦੇ ਨੇ, ਹੈਗਾ ਬੰਦਾ ਪਰ ਉਹ ਉੱਪਰ ਸਿਰ 'ਤੇ ਟੋਪਾ ਜਿਹਾ ਲੈ ਕੇ, ਉਹ ਦਾੜੀ ਜਲਾ ਕੇ, ਖੋਪਾ ਚੜ੍ਹਾ ਕੇ ਹਨੂੰਮਾਨ ਬਣਿਆ ਹੁੰਦਾ, ਪੂਛ ਲਾ ਕੇ, ਉਹ ਸਵਾਂਗ ਹੈ। ਹਨੂੰਮਾਨ ਹੈ ਨਹੀਂ, ਪਰ ਹਨੂੰਮਾਨ ਦਾ ਰੂਪ ਧਾਰਿਆ ਹੋਇਆ ਹੈ, ਉਹਨੂੰ ਕਹਿੰਦੇ ਸਵਾਂਗੀ। ਕਈ ਪ੍ਰਕਾਰ ਦੇ ਸਵਾਂਗ ਕਰ ਕਰਕੇ ਲੋਕਾਂ ਨੂੰ ਵਿਖਾਉਂਦਾ ਹੈ। ਨਾ ਕਈ ਪ੍ਰਕਾਰ। ਜਿਉਂ ਪ੍ਰਭ ਭਾਵੈ ਤਿਵੇਂ ਨਚਾਵੇ, ਜਿਵੇਂ ਪਰਮਾਤਮਾ ਚਾਹੁੰਦਾ ਉਵੇਂ ਜੀਵ ਨੂੰ ਨਚਾਉਂਦਾ ਹੈ, ਪਰ ਉਸ ਤਰ੍ਹਾਂ ਇਸ ਤੋਂ ਕਰਮ ਕਰਾਂਦਾ, ਜਿਵੇਂ ਪਰਮਾਤਮਾ ਚਾਹੁੰਦਾ। ਉਹ ਸਵਾਂਗੀ ਆਪ ਨਹੀਂ ਬਣ ਗਿਆ, ਉਹਨੂੰ ਬਣਾਇਆ ਹੈ ਵੀ ਚੱਲ ਭਾਈ। ਉਹ ਵੇਖਦਾ ਵੀ ਕਿਹੜੇ ਰੋਲ ਨੇ ਕਿਹੜਾ ਫਿੱਟ ਹੈ ਬੰਦਾ। ਜਿਹੜਾ ਡਾਇਰੈਕਟਰ ਹੁੰਦਾ ਹੈ, ਉਹਨੇ ਹੀਰੋ ਹੀਰੋਇਨ ਚੁਣਨੇ ਹੁੰਦੇ, ਹੋਰ ਕਿੰਨੇ ਪਾਤਰ ਚੁਣਨੇ ਨੇ ਫਿਲਮ 'ਚ। ਉਹ ਦੇਖਦਾ ਇਹਨਾਂ 'ਚੋਂ ਹੀਰੋ ਦਾ ਰੋਲ ਕੌਣ ਵਧੀਆ ਕਰ ਸਕਦਾ, ਵਿਲਨ ਦਾ ਰੋਲ ਕੌਣ ਵਧੀਆ ਕਰ ਸਕਦਾ, ਹੀਰੋਇਨ ਦਾ ਰੋਲ ਕੌਣ ਵਧੀਆ ਕਰ ਸਕਦੀ ਹੈ। ਉਹਦੇ ਅਨੁਸਾਰ ਉਹਨੂੰ ਉਹ ਡਿਊਟੀ ਦਿੰਦਾ। ਰੱਬ ਵੇਖਦੇ ਡਾਕੇ ਮਾਰ ਸਕਦਾ, ਚੱਲ ਵੀ ਸੱਜਣਾ ਤੂੰ ਡਾਕੂ, ਆਹ ਤਾਂ ਵਿਚਾਰਾ ਡਰਪੋਕ ਹੈ, ਚੱਲ ਤੂੰ ਵੈਰੂ ਕਰ, ਤੂੰ ਲੱਗਾ ਵੈਰੂ ਕਰ, ਇਹ ਵੈਰੂ ਕਰਨ ਦੇ ਫਿੱਟ ਹੈ, ਚੱਲ ਤੂੰ ਵੈਰੂ ਕਰ। ਆਹ ਘੁਲਣ ਦੇ ਫਿੱਟ, ਚੱਲ ਬਈ ਪਹਿਲਵਾਨ। ਆਹ ਕਬੱਡੀ ਖੇਡ ਫਿੱਟ, ਚੱਲ ਬਈ। ਆਹ ਹਾਕੀ ਦੇ ਫਿੱਟ, ਚੱਲ ਵੀ ਤੂੰ ਹਾਕੀ ਖੇਡ। ਆਹ ਵਾਲੀਬਾਲ ਦੇ ਫਿੱਟ, ਚੱਲ ਵੀ ਸੱਜਣਾ ਤੂੰ ਵਾਲੀਬਾਲ ਖੇਡ। ਪਰਮਾਤਮਾ ਦੇਖਦਾ ਕਿਹੜਾ ਰੋਲ ਵਧੀਆ ਕਰ ਸਕਦਾ, ਉਹੀ ਰੋਲ ਦਿੰਦਾ। ਅਸੀਂ ਆਪਣੀ ਮਰਜ਼ੀ ਨਾਲ ਵੈਰੂ ਨਹੀਂ ਕਰਨ ਲੱਗ ਗਏ। ਪਰਮਾਤਮਾ ਨੇ ਰੋਲ ਦਿੱਤਾ ਹੈ ਵੀ ਇੰਨਾ ਸਮਾਂ ਤੂੰ ਵੈਰੂ ਕਰਨਾ, ਫਿਰ ਤੇਰਾ ਬਦਲ ਵੀ ਸਕਦਾ ਹੈ। ਕਈ ਲੋਕ ਨਾਸਤਕ ਹੋ ਜਾਂਦੇ, ਬਾਅਦ 'ਚ ਪਹਿਲਾਂ ਆਸਤਕ ਹੋ ਜਾਂਦੇ, ਫਿਰ ਨਾਸਤਕ ਹੋ ਜਾਂਦੇ ਨੇ, ਜਾਂ ਪਹਿਲਾਂ ਨਾਸਤਕ ਹੁੰਦੇ ਫਿਰ ਆਸਤਕ ਹੋ ਜਾਂਦੇ ਨੇ। ਰੋਲ ਬਦਲ ਗਿਆ, ਹੋਰ ਤਾਂ ਕੁਛ ਨਹੀਂ, ਰੋਲ ਬਦਲ ਗਿਆ। ਇੱਕ ਫਿਲਮ 'ਚ ਵਿਲਨ ਹੈ, ਦੂਜੇ 'ਚ ਉਹੀ ਬੰਦਾ ਹੀਰੋ ਹੁੰਦਾ। ਰੋਲ ਬਦਲੇ, ਬੰਦਾ ਤਾਂ ਉਹੀ ਹੈ, ਬੰਦਾ ਉਹੀ ਹੈ। ਇੱਕ ਫਿਲਮ 'ਚ ਵਿਲਨ ਦਾ ਰੋਲ ਕਰ ਰਿਹਾ, ਦੂਜੀ ਫਿਲਮ ਦੇ ਵਿੱਚ ਹੀਰੋ ਦਾ ਰੋਲ ਕਰ ਰਿਹਾ। ਇਹ ਜ਼ਾਤੀ ਮਰਜ਼ੀ। ਪਰਮਾਤਮਾ ਡਾਇਰੈਕਟਰ ਹੈ, ਉਹਦੀ ਮਰਜ਼ੀ ਹੈ, ਸਾਡਾ ਕਦੇ ਰੋਲ ਬਦਲਦੇ, ਉਹਦੀ ਮਰਜ਼ੀ ਹੈ। ਅਸੀਂ ਸਦਾ ਇੱਕਸਾਰ ਨਹੀਂ ਰਹਿ ਸਕਦੇ, ਬੜਾ ਮੁਸ਼ਕਿਲ ਹੈ। ਜਨਮ ਤੋਂ ਲੈ ਕੇ ਮਰਨ ਤੱਕ ਇੱਕੋ ਜਿਹਾ ਜੀਵਨ ਜਿਉਣਾ। ਫਿਰ ਤਾਂ ਕਬੀਰ ਸਾਹਿਬ ਕਹਿੰਦੇ, ਜੈਸੀ ਉਪਜੀ ਪੇੜ ਤੇ ਤੈਸੀ ਨਿਭੈ ਓੜ ਅੰਤ ਤੱਕ। ਹੀਰਾ ਕਿਸਕਾ ਬਾਪਰਾ ਪੁਜੇ ਨਾ ਰਤਨ ਕਰੋੜ। ਸ਼ੁਰੂ ਤੋਂ ਮੰਨ ਲਓ, ਅੱਜ ਤੁਸੀਂ ਅੰਮ੍ਰਿਤ ਛਕਿਆ, ਸਵੇਰ ਜੇ ਤੁਸੀਂ ਉੱਠੋਗੇ ਨਾ, ਬੜੇ ਅੰਮ੍ਰਿਤ ਵੇਲੇ ਉੱਠੋਗੇ ਤਾਂ ਸਿਰ ਵੀ ਧੋਵੋਗੇ,
ਮੈਂ ਮਹੀਨੇ ਕੇ ਬਾਅਦ ਫਿਰ ਸਿਰ ਧੋਣਾ ਬੰਦ ਕਰ ਦਿਓ, ਸਿਰ ਨਹਾਉਣਾ ਸ਼ੁਰੂ ਕਰ ਦਿਓਗੇ। 2 ਮਹੀਨਿਆਂ ਬਾਅਦ ਕਦੇ ਉੱਠੇ ਕਦੇ ਨਾ ਉੱਠੇ। ਜਿੱਦਾਂ ਅੰਮ੍ਰਿਤ ਛਕਿਆ ਸੀ ਅਗਲੇ ਦਿਨ ਜਿਹੋ ਜਿਹੇ ਸੀ ਉਹੇ ਜੇ ਮਰਨ ਤੱਕ ਰਹੋ, ਇਸੇ ਜਨਮ ਦੀ ਪ੍ਰਾਪਤੀ ਹੋ ਜਾਏਗੀ। ਪਰ ਉਸ ਤਰ੍ਹਾਂ ਰਹਿੰਦੇ ਹੀ ਨਹੀਂ ਹਨ। ਦਾਦੇ ਦਾ ਕਿ ਜੇ ਤੈਨੂੰ ਪ੍ਰਾਪਤੀ ਕਰਾਉਣੀ ਹੈ ਫਿਰ ਤਾਂ ਉਸੇ ਤਰ੍ਹਾਂ ਰੱਖੂ, ਵਿਚਾਰ ਵੀ ਲੱਗਾ ਰਹੇ ਸੱਜਣ। ਅਤੇ ਨਹੀਂ ਤਾਂ ਰੋਲ ਬਦਲ ਦਿੰਦਾ, ਚੱਲ ਬਈ ਉਹ ਯਾਰ ਕਿਹੜਾ ਲੱਗਾ, ਠੰਡ ਦਾ ਮੌਸਮ, ਰਾਮ 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 ਕਰਨ। ਚੱਲ ਕਰਦੇ ਜੀ ਕਹਿ ਕੀ ਤੂੰ ਟੈਂ ਟੈਂ ਲਾਈ ਹੋਏ, ਨਾ ਸੌਣਾ ਨਾ ਸੌਣ ਦਿੰਦਾ। ਇੱਕ ਬੰਦਾ ਕਹਿੰਦਾ ਮੈਂ ਤਾਂ ਘਰ ਦੇ ਬੜੇ ਦੁੱਖ ਸਵੇਰੇ ਲੱਗਦੇ ਬਾਲਟੀਆਂ ਖੜਕਾਉਣ। ਮੈਂ ਸੁਣ ਮੇਰੀ ਗੱਲ, ਆਪਾਂ ਘਰ ਦੇ ਜੀਆਂ ਨੂੰ ਡਿਸਟਰਬ ਕਰਕੇ ਉਹਨਾਂ ਨੂੰ ਦੁਰਸੀਸਾ ਨਹੀਂ ਲੈਣੀ ਹੈ। ਕੀ ਖੱਟੇ ਵਾ ਦੁਰਸੀਸਾ ਲੈ ਕੇ? ਤੁਸੀਂ ਆਪਣਾ ਉੱਠੋ, ਆਪਣਾ ਵਾਹਿਗੁਰੂ ਕਰਦੇ ਰਹੋ। ਜ਼ਰੂਰੀ ਤਾਂ ਨਹਾਉਣਾ ਹੈ। ਜਦੋਂ ਉਹਨਾਂ ਦੇ ਉੱਠਣ ਦਾ ਵੇਲਾ ਹੋ ਗਿਆ ਉਦੋਂ ਉੱਠੇ ਆਪਣਾ ਨਹਾ ਧੋ ਲਓ, ਫਿਰ ਤੁਹਾਨੂੰ ਗਾਲਾਂ ਨਹੀਂ ਪੈਣਗੀਆਂ। ਤਾਂ ਲੱਗੇ ਵਾਹਿਗੁਰੂ ਕਰ ਪਲੇਟੇ ਬੈਠੇ ਕਰੀ ਜਿਵੇਂ ਮਰਜ਼ੀ ਕਰੀ ਜਾਓ। ਅਸੀਂ ਕਿਸੇ ਨੂੰ ਡਿਸਟਰਬ ਨਹੀਂ ਕਰਨਾ ਹੈਗਾ। ਆਪਣੀ ਐਡਜਸਟਮੈਂਟ ਸਮੇਂ ਦੇ ਅਨੁਸਾਰ ਕਰ ਲੈਣੀ ਹੈ। ਸੋ ਕਹਿੰਦੇ ਜੋ ਤਿਸ ਭਾਵੈ ਸੋਈ ਹੋਏ, ਜੋ ਪਰਮਾਤਮਾ ਨੂੰ ਭਾਉਂਦਾ ਅਖੀਰ ਨੂੰ ਉਹੀ ਹੁੰਦਾ ਹੈ। ਨਾਨਕ ਦੂਜਾ ਅਵਰ ਨਾ ਕੋਈ। ਹੋਰ ਤਾਂ ਪਰਮਾਤਮਾ ਵਰਗਾ ਕੋਈ ਹੈ ਹੀ ਨਹੀਂ ਹੈਗਾ। ਪਰਮਾਤਮਾ ਵਰਗਾ ਹੋਰ ਦੂਜਾ ਕੋਈ ਨਹੀਂ ਹੈਗਾ। ਕਬੂ ਨਿਰਤ ਕਬੂ ਸਾਧ ਸੰਗਤ ਇਹ ਪਾਵੇ। ਕਦੇ ਤਾਂ ਗੁਰੂ ਦੀ ਸੰਗਤ 'ਚ ਆ ਜਾਂਦਾ, ਸਤ ਸੰਗਤ 'ਚ ਆ ਜਾਂਦਾ ਹੈ। ਉਸ ਸਥਾਨ 'ਤੇ ਬਹਰ ਨਾ ਆਵੇ, ਫਿਰ ਉੱਥੋਂ ਮੁੜ ਕੇ ਆਉਂਦਾ ਨਹੀਂ ਹੈ। ਉਹ ਸਤ ਸੰਗਤ ਜੋਗਾ ਹੀ ਰਹਿ ਜਾਂਦਾ ਹੈ। ਕਈ ਮੈਂ ਦੇਖਿਆ ਕਈ ਮਹਾਂਪੁਰਖਾਂ ਕੋਲ ਡੇਰੇ 'ਤੇ ਚਲੇ ਜਾਂਦੇ, ਸਾਰੀ ਉਮਰ ਡੇਰੇ 'ਤੇ ਰਹਿੰਦੇ ਨੇ, ਫਿਰ ਨਹੀਂ ਘਰ ਆਉਂਦੇ। ਭਾਈ ਲਹਿਣਾ ਜੀ ਚਲੇ ਗਏ ਗੁਰੂ ਨਾਨਕ ਦੇਵ ਕੋਲੇ, ਘਰ ਬਾਰ ਛੱਡ ਨੇ, ਬਸ ਪੁੱਤਰਾਂ ਦੀ ਡਿਊਟੀ ਲਾ ਕੇ ਲਓ ਪਈ ਦੁਕਾਨਦਾਰੀ ਸੰਭੋ, ਅਤੇ ਮੈਂ ਤਾਂ ਹੁਣ ਉੱਥੇ ਹੀ ਰਹਿਣਾ ਹੈ। ਅਤੇ 7 ਸਾਲ ਭਾਈ ਲਹਿਣਾ ਜੀ ਗੁਰੂ ਨਾਨਕ ਕੋਲ ਹੀ ਰਹੇ, ਮੁੜ ਕੇ ਘਰ ਨਹੀਂ ਆਏ। ਕਬੂ ਸਾਧ ਸੰਗਤੇ ਪਾਵੇ, ਕਦੇ ਕਦੇ ਸਾਧ ਸੰਗਤ ਪ੍ਰਾਪਤ ਕਰ ਲੈਂਦਾ, ਉਸ ਸਥਾਨ 'ਤੇ ਬਾਹਰ ਨਾ ਆਵੇ। ਤੇ ਤਾਂ ਭਾਵੇਂ ਤੂੰ ਉਸ ਸਥਾਨ ਤੋਂ ਕਦੇ ਮੁੜ ਕੇ ਨਹੀਂ ਆਉਂਦਾ। ਬਸ ਜਿਸ ਅਵਸਥਾ 'ਚ ਇੱਕ ਵਾਰੀ ਪਹੁੰਚ ਗਿਆ ਉਸੇ ਅਵਸਥਾ 'ਚ ਹੀ ਰਹਿੰਦਾ ਅਖੀਰ ਤੱਕ। ਅੰਤਰ ਹੋਏ ਗਿਆਨ ਪ੍ਰਗਾਸ। ਜੇ ਸਿੱਧਾ ਦੇਖੋਗੇ ਤਾਂ ਅਰਥ ਲੱਗੂਗਾ ਵੀ ਉਸ ਥਾਂ 'ਤੇ ਮੁੜ ਕੇ ਨਹੀਂ ਆਉਂਦਾ। ਜੇ ਸਿੱਧਾ ਲਾਓਗੇ ਨਾ ਉਸ ਸਥਾਨ 'ਤੇ ਬਾਹਰ ਨਾ, ਉਸ ਥਾਂ 'ਤੇ ਮੁੜ ਕੇ ਨਹੀਂ ਆਉਂਦਾ। ਨਹੀਂ, ਉਸ ਸਥਾਨ ਤੋਂ ਮੁੜ ਕੇ ਨਹੀਂ ਆਉਂਦਾ, ਐਸਾ ਹੁੰਦਾ। ਉੱਥੋਂ ਜੋਗੀ ਰਹਿ ਜਾਂਦੇ ਨੇ। ਤੀਸਰੇ ਪਾਤਸ਼ਾਹ ਵੀ ਜਦੋਂ ਗੁਰੂ ਅੰਗਦ ਦੇਵ ਜੀ ਕੋਲ ਆਏ ਨੇ 12 ਸਾਲ ਉੱਥੇ ਹੀ ਰਹੇ, ਫਿਰ ਗਏ ਨਹੀਂ ਗਏ, ਉੱਥੇ ਹੀ ਰਹੇ। ਉੱਥੋਂ ਜੋਗੀ ਹੋ ਗਏ, ਤਾਂ ਜਾ ਕੇ ਕਿਤੇ ਪ੍ਰਾਪਤੀਆਂ ਹੁੰਦੀਆਂ ਨੇ। ਨਹੀਂ ਤਾਂ ਮਨ ਦੋ ਹਿੱਸੇ 'ਚ ਵੰਡਿਆ ਰਹਿੰਦਾ ਹੈ। ਕਦੇ ਘਰੋਂ ਚਿੱਠੀ ਆ ਗਈ, ਫਲਾਣਾ ਮਰ ਗਿਆ, ਫਲਾਣਾ ਜਿਉਂ ਪਿਆ, ਘਾਟਾ ਪੈ ਗਿਆ, ਇਹ ਹੋ ਗਿਆ, ਉਹ ਹੋ ਗਿਆ, ਬਿਰਤੀ ਉਖੜੀ ਰਹਿੰਦੀ ਹੈ। ਇੱਕੋ ਥਾਂ 'ਤੇ ਰਹਿਣਾ। ਫਿਰ ਕੀ ਹੁੰਦਾ? ਅੰਤਰ ਹੋਏ ਗਿਆਨ ਪ੍ਰਗਾਸ। ਫਿਰ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਉਸ ਸਥਾਨ ਕਾ ਨਹੀਂ ਵਿਨਾਸ਼। ਇੱਥੇ ਅਸਥਾਨ ਤਾਂ ਪਵੇ ਅਵਸਥਾ। ਫਿਰ ਉਹ ਗਿਆਨ ਦੀ ਅਵਸਥਾ ਦਾ ਕਦੇ ਵਿਨਾਸ਼ ਨਹੀਂ ਹੁੰਦਾ। ਇੱਕ ਵਾਰੀ ਬ੍ਰਹਮ ਗਿਆਨ ਹੋ ਜਾਏ ਨਾ, ਫਿਰ ਕਦੇ ਬੰਦਾ ਡਾਊਨ ਨਹੀਂ ਹੁੰਦਾ, ਖਤਮ ਹੋ ਜਾਂਦਾ। ਉਹ ਕਾਮ ਕ੍ਰੋਧ ਲੋਭ ਮੋਹ ਦੇ ਅਧੀਨ ਹੀ ਨਹੀਂ ਰਹਿੰਦਾ। ਇਹਨਾਂ ਦੀ ਖਿੱਚ ਤੋਂ ਉੱਪਰ ਚਲਾ ਜਾਂਦਾ ਹੈ। ਜਿਵੇਂ ਜਦੋਂ ਜਹਾਜ਼ ਬਣਾਇਆ, ਇਹ ਕੋਸ਼ਿਸ਼ ਕੀਤੀ ਗਈ ਜਹਾਜ਼ ਬਣਾ ਕੈਪਟਨ ਕੁੱਕ ਨੇ ਕਿ ਮੈਂ ਦੇਖਿਆ ਧਰਤੀ ਤੋਂ ਪਰਾਂ ਕੀ ਹੈ। ਉਹ ਜਹਾਜ਼ ਨੂੰ ਇੱਕੋ ਦਿਸ਼ਾ 'ਚ ਉਡਾਈ ਗਿਆ। ਕੁਝ ਸਮੇਂ ਬਾਅਦ ਜਦੋਂ ਉਹਨੇ ਧਰਤੀ 'ਤੇ ਕੰਟੈਕਟ ਕੀਤਾ ਤਾਂ ਉਹਨੂੰ ਪਤਾ ਲੱਗਾ ਜਿੱਥੋਂ ਮੈਂ ਉੱਡਿਆ ਸੀ ਮੈਂ ਮੁੜ ਕੇ ਉੱਥੇ ਆ ਗਿਆ। 2 ਸਿਧਾਂਤ ਉਹਨੇ ਕੱਢੇ। ਨੰਬਰ 1, ਧਰਤੀ 'ਚ ਖਿੱਚਣ ਸ਼ਕਤੀ, ਗ੍ਰੈਵੀਟੇਸ਼ਨ, ਇਹ 'ਚ ਖਿੱਚਣ ਸ਼ਕਤੀ ਹੈ। ਇਹਨੇ ਜਹਾਜ਼ ਨੂੰ ਬਾਹਰ ਨਹੀਂ ਜਾਣ ਦਿੱਤਾ। ਮੈਂ ਤਾਂ ਚਾਹੁੰਦਾ ਧਰਤੀ ਪਰਾਂ ਦੇਖਾ ਕੀ ਹੈ। ਉਹ ਧਰਤੀ ਦੁਆਲੇ ਗੇੜੇ ਲਾਈ ਗਏ। ਦੂਜਾ, ਧਰਤੀ ਗੋਲ ਹੈ, ਇਸ ਕਰਕੇ ਉਹਦੇ ਦੁਆਲੇ ਗੇੜਾ ਲੱਗਾ। ਧਰਤੀ ਗੋਲ ਹੈ ਅਤੇ ਧਰਤੀ ਦੇ ਵਿੱਚ ਖਿੱਚਣ ਸ਼ਕਤੀ, ਜਿਹਨੂੰ ਹਿੰਦੀ ਕਹੇ ਆਕਰਸ਼ਣ ਸ਼ਕਤੀ। ਸੋ ਫਿਰ ਜਿਹੜਾ ਹੈ ਬੰਦਾ
ਉਸ ਸਥਾਨ ਦਾ, ਉਸ ਅਵਸਥਾ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਕਦੇ ਥਾਂ ਨਾਸ਼ ਨਹੀਂ ਹੁੰਦੀ। ਉਸ ਅਵਸਥਾ 'ਚ ਰਹਿੰਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਮਨ ਤਨ ਨਾਮ ਰਤੇ ਇੱਕ ਰੰਗ, ਉਹਨਾਂ ਦਾ ਮਨ ਅਤੇ ਤਨ ਨਾਮ 'ਚ ਰੰਗੇ ਜਾਂਦੇ ਹਨ ਅਤੇ ਸਦਾ ਹੀ ਇੱਕ ਰੰਗ 'ਚ ਰੱਬੀ ਪਿਆਰ 'ਚ ਰਹਿੰਦੇ ਨੇ। ਉਹ ਸਦਾ ਬਸੈ ਪਾਰ ਬ੍ਰਹਮ ਕੈ ਸੰਗ, ਉਹਦੇ ਸਦਾ ਹੀ ਪਰਮਾਤਮਾ ਦੇ ਨਾਲ ਵਸਦੇ ਹਨ ਕਿ ਉਹ ਨਾਮ 'ਚ ਰੰਗੇ ਗਏ ਨੇ। ਉਹਨਾਂ ਦੇ ਪਰਮਾਤਮਾ ਰੰਗ ਚੜ੍ਹ ਗਿਆ ਹੈ, ਉਹ ਸਦਾ ਹੀ ਪਰਮਾਤਮਾ ਦੇ ਨਾਲ ਵਸਦੇ ਹਨ। ਜਿਵੇਂ ਜਿਹੜਾ ਅੰਮ੍ਰਿਤਧਾਰੀ ਸਿੱਖ ਹੋਵੇ ਅਤੇ ਜਿਹੜੀ ਕੁਰੈਤਾ ਨੇ ਉਹਨਾਂ ਤੋਂ ਬਚ ਜੇ, ਉਹ ਰਹਿਤਾ ਜਿਹੜੀ ਨਾ ਉਹ ਰੱਖੇ, ਕੁਰੈਤਾ ਤੋਂ ਬਚਿਆ ਰਹੇ, ਅੰਮ੍ਰਿਤਧਾਰੀ ਹੋਵੇ ਅਤੇ ਦਸਮ ਪਾਤਸ਼ਾਹ ਦੇ ਅਸੀਂ ਉਹਦੇ ਨਾਲ ਹੀ ਹਾਂ। ਉਹ ਮੇਰਾ ਹੀ ਰੂਪ ਹੈ, ਮੈਂ ਉਸਦੇ ਨਾਲ ਨਹੀਂ, ਕਦੇ ਮੈਂ ਉਹਦੇ ਵਿੱਚ ਵਸਦਾ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਕਰੋ ਬਿਨਾ ਨਿਵਾਸ, ਮੈਂ ਖਾਲਸੇ ਦੇ ਵਿੱਚ ਵਸ ਸਕਦਾ ਹਾਂ। ਪਰ ਉਹ ਖਾਲਸੇ ਲੱਭਣੇ ਬੜੇ ਮੁਸ਼ਕਿਲ ਹੋ ਗਏ ਨੇ, ਕਿਉਂਕਿ ਅਸੀਂ ਖਾਲਸ ਨਹੀਂ ਰਹਿੰਦੇ, ਖੋਟ ਆ ਜਾਂਦੀ ਵਿੱਚ। ਅਤੇ ਫਿਰ ਗੁਰੂ ਬਾਬਾ ਇਨਕੀ ਕਰੁਣਾ ਕਬ ਪ੍ਰਤੀਤ ਖਾਲਸਾ ਰਹਿ ਨਜ਼ਾਰਾ ਲਗ ਤੇਜ ਦਿਉ ਮੈਂ ਸਾਰਾ, ਜਬ ਇੱਕ ਹੈ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਵਿਪਰਨ ਪੰਡਤਾਂ ਨੂੰ ਕਹਿੰਦੇ, ਜੇ ਪੰਡਤਾਂ ਵਾਲੇ ਰੀਤੀ ਰਿਵਾਜ ਲੱਗ ਜੇ ਨਾ ਕਰਨ, ਕਹਿੰਦਾ ਫਿਰ ਨਹੀਂ ਮੇਰਾ ਖਾਲਸਾ ਰਿਹਾ, ਮੈਂ ਫਿਰ ਇਸ 'ਤੇ ਵਿਸ਼ਵਾਸ ਨਹੀਂ ਕਰਾਂਗਾ। ਸੋ ਜਿਹੜੀਆਂ ਰਹਿਤਾਂ ਹਨ ਪੰਜੇ ਦੀਆਂ ਪੰਜੇ ਕਕਾਰ ਦੇ ਕਹਿ ਰੱਖਣਾ, ਅਤੇ ਜਿਹੜੀ ਚਾਰ ਕੁਰੈਤਾਂ ਨੇ ਉਹਨਾਂ ਤੋਂ ਬਚ ਕੇ ਰਹਿਣਾ, ਅਤੇ ਨਾਮ ਜਪੀ ਜਾਣਾ, ਆਪਣੇ ਦਸਾਂ ਉਹਨਾਂ ਦੀ ਕਿਰਤ ਕਰੀ ਜਾਣੀ ਹੈ। ਗੁਰੂ ਮਹਾਰਾਜ ਨਾਲ ਹੀ ਨੇ, ਸਤਿਗੁਰ ਸੰਗ ਸਦਾ ਹੈ ਨਾਲੇ। ਜਿਉਂ ਜਲ ਮੈਂ ਜਲ ਆਏ ਖਟਾਨਾ, ਖਟਾਨਾ ਹੁੰਦਾ ਮਿਲ ਜਾਣਾ। ਜਿਵੇਂ ਪਾਣੀ 'ਚ ਆ ਕੇ ਪਾਣੀ ਮਿਲ ਜਾਂਦਾ ਹੈ, ਤਿਉਂ ਜੋਤੀ ਸੰਗ ਜੋਤ ਸਮਨ। ਫਿਰ ਜਿਹੜਾ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ, ਉਹਦੀ ਜੋਤ ਫਿਰ ਪਰਮਾਤਮਾ ਦੀ ਜੋਤ ਦੇ ਵਿੱਚ ਹੀ ਸਮਾ ਜਾਂਦੀ ਹੈ, ਲੀਨ ਹੋ ਜਾਂਦੀ ਸਰੀਰ ਤਿਆਗਣ ਤੋਂ ਬਾਅਦ। ਮਿਟ ਗਏ ਗਵਨ ਪਾਏ ਵਿਸ਼ਰਾਮ, ਗਵਨ ਦਾ ਆਉਣਾ ਜਾਣਾ, ਆਵਾ ਗਵਨ ਆਪਾਂ ਕਹਿੰਦੇ, ਆਵਾ ਆਉਣਾ ਗਵਨ ਜਾਣਾ, ਭਾਵ ਆਉਣਾ ਜਾਣਾ ਉਹਦੇ ਮਿਟ ਜਾਂਦਾ ਵਿਸ਼ਰਾਮ, ਅਤੇ ਉਹ ਇੱਕ ਥਾਂ 'ਤੇ ਟਿਕ ਜਾਂਦਾ, ਭਾਵ ਦੁਬਾਰਾ ਜੰਮਣ ਮਰਨ ਦੇ ਚੱਕਰ 'ਚ ਨਹੀਂ ਪੈਂਦਾ। ਨਾਨਕ ਪ੍ਰਭ ਕੈ ਸਦ ਕੁਰਬਾਨ, ਇਸੇ ਸਾਨੂੰ ਸਦਾ ਹੀ ਪਰਮਾਤਮਾ ਦਾ ਬਲਿਹਾਰ ਜਾਣਾ ਚਾਹੀਦਾ। ਕੁਰਬਾਨ ਕੁਰਬਾਨ ਭਾਵ ਬਲਿਹਾਰ ਜਾਣਾ ਚਾਹੀਦਾ ਉਸ ਪਰਮਾਤਮਾ ਤੋਂ। ਸ਼ਲੋਕ ਹੁਣ 12ਵੀਂ ਅਸ਼ਟਪਦੀ ਸ਼ੁਰੂ ਹੋ ਰਹੀ ਹੈ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ। ਮਸਕੀਨ ਨਿਮਾਣੇ ਨੂੰ ਕਹਿੰਦੇ ਨੇ, ਕਈ ਨੇ ਤਖੱਲਸ ਵੀ ਰੱਖਿਆ ਹੁੰਦਾ। ਮਸਕੀਨ ਜਿਹੜਾ ਨਿਮਾਣਾ ਹੈ, ਜਿਸ 'ਚ ਕੋਈ ਹਉਮੈ ਨਹੀਂ, ਉਹ ਸੁਖੀ ਵਸਦਾ ਹੈ। ਕਿਉਂ? ਆਪ ਅੰਦਰ ਉਹਨੇ ਆਪਣੇ ਆਪ ਨੂੰ ਦੂਰ ਕਰ ਲਿਆ, ਆਪਣੀਆਂ ਹਉਮੈ ਨੂੰ ਉਹਨੇ ਦੂਰ ਕਰ ਲਿਆ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ। ਆਪ ਹੁੰਦਾ ਆਪਣਾ ਆਪ, ਭਾਵ ਹਉਮੈ ਭਾਵ ਉਹ ਦੂਰ ਕਰ ਦਿੰਦਾ ਹੈ, ਉਹ ਆਪਣੇ ਆਪ ਨੂੰ ਨਿਮਾਣਾ ਗਿਣਦਾ ਹੈ, ਇਸ ਲਈ ਉਹ ਸੁਖੀ ਵਸਦਾ ਹੈ। ਬੜੇ ਬੜੇ ਅਹੰਕਾਰੀ ਆ, ਜਿਹੜੇ ਵੱਡੇ ਵੱਡੇ ਹੰਕਾਰੀ ਸਨ, ਨਾਨਕ ਗਰਭ ਗਲੇ, ਗਰਭ ਹੰਕਾਰ ਨੂੰ ਕਹਿੰਦੇ ਨੇ। ਹਿੰਦੀ 'ਚ ਵਾਵੇ ਨਾ ਪਾਉਂਦੇ, ਗਰਭ ਗੱਗਾ ਵਾਵਾ ਉੱਤੇ ਰਾਰਾ, ਗਰਭ, ਉਸ ਪੰਜਾਬੀ ਬਣਨਾ ਗਰਭ। ਜੇ ਭੱਬਾ ਹੁੰਦਾ ਫਿਰ ਪੇਟ ਹੋ ਜਾਂਦਾ, ਮਾਤਾ ਦਾ ਪੇਟ ਹੋ ਜਾਂਦਾ। ਗਰਭ ਬੱਬੇ ਨਾਲ ਹੰਕਾਰ, ਗਰਭ ਸਿਆਰੀ ਲੱਗੀ, ਹੰਕਾਰ ਨਾਲ ਜਾਂ ਹੰਕਾਰ ਦੇ ਵਿੱਚ ਹੀ ਉਹ ਗਲ ਸੜ ਗਏ। ਜਿਹੜੇ ਵੱਡੇ ਵੱਡੇ ਹੰਕਾਰੀ ਸਨ, ਹੰਕਾਰ ਕਰਦੇ ਬਰਬਾਦ ਹੋ ਗਏ। ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ। ਸਵਾਨ ਹੁੰਦਾ ਕੁੱਤਾ, ਨਰਕ ਪਾਤੀ ਨਰਕ ਵਿੱਚ ਵਸਣ ਵਾਲਾ। ਜਿਸ ਕੈ ਅੰਤਰ ਰਾਜ ਅਭਿਮਾਨ, ਜਿਹਦੇ ਅੰਦਰ ਰਾਜ ਦਾ ਹੰਕਾਰ ਹੋ ਜਾਏ, ਆ ਤਾਂ ਫਿਰ ਸਾਰੇ ਹੀ ਜਾਣਗੇ।
ਬਹੁਤ ਡਿਟੇਲ 'ਚ ਕਹਿਣ ਦੀ ਲੋੜ ਨਹੀਂ ਨਹੀਂ ਤਾਂ ਨਾਰਾਜ਼ ਹੋ ਜਾਣਗੇ, ਸਾਨੂੰ ਤੁਸੀਂ ਨਰਕ ਦੇ ਕੁੱਤੇ ਸਮਝਦੇ ਹੋ, ਅਸੀਂ ਨਰਕਾਂ ਜਾਵਾਂਗੇ ਅਸੀਂ। ਕਿਉਂ? ਰਾਜ 'ਚ ਹੰਕਾਰ ਆ ਜਾਂਦਾ ਹੈ। ਇਹ ਤਾਂ ਮਹਾਰਾਜਾ ਰਣਜੀਤ ਸਿੰਘ ਵਰਗੇ ਨੇ ਜਿਨ੍ਹਾਂ ਨੂੰ ਹੰਕਾਰ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਦੀ ਸਵਾਰੀ ਜਾ ਰਹੀ ਹੈ, ਬੱਚੇ ਬੇਰੀਆਂ ਨੂੰ ਵੱਟੇ ਮਾਰੇ, ਬੇਰ ਡਾਲ ਇੱਕ ਕੁਦਰਤੀ ਵੱਟਾ ਬੇਰ ਨੂੰ ਨਹੀਂ ਵੱਜਾ ਅਤੇ ਆ ਕੇ ਰਣਜੀਤ ਸਿੰਘ ਕੋਲ ਰੱਖ ਡਿੱਗਿਆ। ਰਣਜੀਤ ਸਿੰਘ ਫੜ ਲਓ ਕਰਿਆ ਵੱਟੇ ਮਾਰਦਾ, ਉਹ ਅਗਲੇ ਫੜ ਲਏ ਮੁੰਡੇ ਨੂੰ, ਇਹਨੇ ਮਾਰਿਆ ਜੀ। ਕਹਿੰਦੇ ਸੱਚੋ ਸੱਚ ਦੱਸ ਤੂੰ ਮੈਨੂੰ ਵੱਟਾ ਕਿਉਂ ਮਾਰਿਆ? ਕਹਿੰਦਾ ਜੀ ਮੈਂ ਤੁਹਾਨੂੰ ਵੱਟਾ ਨਹੀਂ ਮਾਰਿਆ, ਮੈਂ ਤਾਂ ਤੁਹਾਨੂੰ ਵੇਖਿਆ ਹੀ ਨਹੀਂ ਹੈ, ਮੈਂ ਤਾਂ ਬੇਰੀ ਨੂੰ ਵੱਟਾ ਮਾਰ ਰਿਹਾ ਸੀ। ਕਹਿੰਦਾ ਤੂੰ ਬੇਰੀ ਨੂੰ ਕਿਉਂ ਵੱਟੇ ਮਾਰਦਾ ਸੀ? ਬੇਰ ਝਾੜਨ ਲਈ ਵੱਟਾ ਮਾਰਾਂਗਾ, ਬੇਰ ਹੀ ਛੱਡ ਡਿੱਗੇਗਾ। ਕਹਿੰਦੇ ਅੱਛਾ ਲੈ ਫਿਰ ਤੂੰ ਰਣਜੀਤ ਸਿੰਘ ਨੂੰ ਕਹਿੰਦਾ ਵੱਟਾ ਮਾਰ ਦਿਓ, ਵੀ ਕਹਿੰਦਾ ਇਹਨੂੰ ਤੋਲ ਕੇ ਸੋਨਾ ਦਿਓ। ਫਿਰ ਮੇਰੇ ਵੱਟਾ ਮਾਰਿਆ, ਫਿਰ ਮੈਂ ਵੀ ਤਾਂ ਕੋਈ ਦੇਣਾ। ਕਿੱਥੇ ਉਹ ਅਤੇ ਕਿੱਥੇ ਹੁਣ, ਬਾਕੀ ਅੰਦਾਜ਼ਾ ਆਪੇ ਲਾ ਲਿਆ ਕਰੋ, ਸਿਆਣੇ ਹੋ। ਸੋ ਇਸ ਲਈ ਕਹਿੰਦੇ ਜਿਹਨੂੰ ਰਾਜ ਦਾ ਹੰਕਾਰ ਹੋ ਜਾਂਦਾ ਹੈ, ਬੜੀ ਮੁਸੀਬਤ ਹੈ। ਗਿਆਨ ਦਾ ਵੀ ਹੰਕਾਰ ਹੋ ਜਾਂਦਾ, ਮੈਂ ਬੜਾ ਗਿਆਨਵਾਨ ਹਾਂ। ਪੋਸਟ ਦਾ ਵੀ ਹੰਕਾਰ ਹੋ ਜਾਂਦਾ, ਮੈਂ ਉੱਚੀ ਪੋਸਟ 'ਤੇ ਲੱਗਾ ਹੋਇਆ ਹਾਂ। ਅਮੀਰੀ ਦਾ ਵੀ ਹੰਕਾਰ ਹੁੰਦਾ, ਮੈਂ ਬਹੁਤ ਅਮੀਰ ਹਾਂ। ਕਈ ਵਾਰੀ ਦਾਨ ਪੁੰਨ ਕਰਨ ਵਾਲੇ ਨੂੰ ਹੰਕਾਰ ਹੁੰਦਾ, ਮੈਂ ਬੜਾ ਵੱਡਾ ਦਾਨੀ ਹਾਂ। ਬੜੀ ਸਮੱਸਿਆ ਹੈ। ਇਸ ਤਰ੍ਹਾਂ ਰਾਜ 'ਚ ਦਾ ਹੰਕਾਰ ਪੈਦਾ ਹੁੰਦਾ ਹੀ ਹੁੰਦਾ। ਇਸੇ ਲਈ ਜਿਹੜਾ ਹੈ ਰਾਜੇ ਆਪਣੀ ਹੀ ਪ੍ਰਜਾ 'ਤੇ ਜ਼ੁਲਮ ਕਰਦੇ ਰਹਿੰਦੇ ਹਨ। ਜਦੋਂ ਬਾਬਰ ਨੇ ਹਮਲਾ ਕੀਤਾ ਭਾਰਤ 'ਤੇ, ਅਹਿਮਨਾਬਾਦ ਜਿੱਤ ਲਿਆ, ਜਿੱਤ ਕੇ ਜਦੋਂ ਜਿੱਤ ਲਿਆ ਫਿਰ ਲੁੱਟਣ ਦੀ ਆਗਿਆ ਦਿੱਤੀ, ਲੁੱਟ ਪੁੱਟ ਲਓ। ਔਰਤਾਂ ਦੀ ਬੇਪਤੀਆਂ ਕੀਤੀਆਂ ਗਈਆਂ, ਲੋਕਾਂ ਨੂੰ ਲੁੱਟ ਪੁੱਟ ਲਿਆ ਗਿਆ ਹੈ। ਬਾਬਰ ਗੁਰੂ ਨਾਨਕ ਦੇਵ ਨੂੰ ਮਿਲਿਆ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਬਾਬਰ ਮੇਰੀ ਗੱਲ ਸੁਣ, ਜਿੰਨਾ ਚਿਰ ਅਹਿਮਨਾਬਾਦ ਤੇਰੇ ਅਧਿਕਾਰ 'ਚ ਨਹੀਂ ਸੀ, ਠੀਕ ਹੈ ਤੂੰ ਲੜ ਜੋ ਮਰਜ਼ੀ ਕਰ, ਜਦੋਂ ਤੂੰ ਜਿੱਤ ਲਿਆ ਫਿਰ ਤਾਂ ਤੂੰ ਰਾਜਾ ਹੋ ਗਿਆ ਨਾ। ਅਤੇ ਰਾਜੇ ਦਾ ਕੰਮ ਇਹ ਥੋੜ੍ਹਾ ਕਿ ਆਪਣੀ ਪ੍ਰਜਾ ਨੂੰ ਮਾਰੇ ਅਤੇ ਆਪਣੀ ਪ੍ਰਜਾ ਨੂੰ ਲੁੱਟੇ। ਤੂੰ ਕਦਾ ਰਾਜਾ? ਤੂੰ ਕਦਾ ਰਾਜਾ? ਤੂੰ ਤਾਂ ਆਪਣੀ ਪ੍ਰਜਾ ਲੁੱਟਣ ਕਤਲੇਆਮ ਕੀਤਾ, ਤੂੰ ਬੇਪਤੀਆਂ ਕੀਤੀਆਂ ਨੇ। ਜੋ ਤੂੰ ਜਿੱਤ ਹੀ ਗਏ, ਤੇਰੀ ਪ੍ਰਜਾ ਹੋ ਗਈ ਹੈ, ਫਿਰ ਇਹਦਾ ਠੀਕ ਵਿਹਾਰ ਕਰਨਾ ਸੀ। ਸੋ ਇਸ ਲਈ ਜਿਹੜਾ ਮੁੱਖ ਮੰਤਰੀ ਹੁੰਦਾ ਸਾਰੀ ਸਟੇਟ ਦਾ ਹੁੰਦਾ, ਪਰ ਪ੍ਰੋਬਲਮ ਹੈ ਕਿ ਸਮਝਦਾ ਮੈਂ ਫਲਾਣੀ ਪਾਰਟੀ ਦਾ। ਬਸ ਪ੍ਰਧਾਨ ਮੰਤਰੀ ਸਾਰੇ ਦੇਸ਼ ਦਾ ਹੁੰਦਾ, ਨਾ ਕਿ ਕਿਸੇ ਇੱਕ ਪਾਰਟੀ ਦਾ ਹੁੰਦਾ। ਪਹਿਲਾਂ ਜਦੋਂ ਖੜ੍ਹਾ ਹੋਇਆ ਸੀ MP, ਉਹ ਇੱਕ ਪਾਰਟੀ ਦਾ ਸੀ, ਪਰ ਜਦ ਪ੍ਰਧਾਨ ਮੰਤਰੀ ਬਣ ਗਿਆ ਸਾਰੇ ਦੇਸ਼ ਦਾ ਹੈ। ਸਾਰੇ ਦੇਸ਼ ਦੇ ਲੋਕਾਂ ਦੀ ਭਲਾਈ ਲਈ ਉਹਨੇ ਕੰਮ ਕਰਨਾ ਹੈ, ਨਾ ਕਿ ਵੰਡੀਆਂ ਪਾਣੀਆਂ ਦੇ ਲੋਕਾਂ ਨੂੰ ਤੰਗ ਕਰਨਾ ਹੈਗਾ ਵੀ ਹਾਂ ਇਹ ਸਾਡੀ ਪਾਰਟੀ ਦੇ ਨਹੀਂ ਹੈਗੇ ਜਾਂ ਸਾਡੇ ਧਰਮ ਦੇ ਨਹੀਂ ਹੈਗੇ। ਇਹ ਹਉਮੈ ਪੈਦਾ ਹੋ ਜਾਂਦੀ। ਜਿੱਥੇ ਹਉਮੈ ਹੋਵੇਗੀ ਉੱਥੇ ਜ਼ੁਲਮ ਹੋਏਗਾ, ਅਤੇ ਫਿਰ ਜਿੱਥੇ ਜ਼ੁਲਮ ਹੋਏਗਾ ਫਿਰ ਜ਼ੁਲਮ ਕਰਨ ਵਾਲਾ ਕੀ ਬਣਦਾ? ਫਿਰ ਗੁਰੂਆਂ ਨੇ ਦੱਸ ਦਿੱਤਾ, ਸੋ ਨਰਕ ਪਾਤੀ ਹੋਵਤ ਸੁਆਨ। ਨਰਕਾਂ 'ਚ ਨਹੀਂ ਜਾਏਗਾ, ਨਰਕਾਂ ਦਾ ਕੁੱਤਾ ਬਣੇਗਾ, ਨਰਕਾਂ ਦਾ ਕੁੱਤਾ ਬਣੇਗਾ। ਜੋ ਜਾਣੈ ਮੈਂ ਜੋਬਨਵੰਤ। ਕਈ ਵਾਰੀ ਬੰਦਾ ਬੜਾ ਸੋਹਣਾ ਹੁੰਦਾ, ਔਰਤ ਬੜੀ ਸੋਹਣੀ ਹੁੰਦੀ ਹੈ, ਵਾਰੀ ਵਾਰੀ ਸ਼ੀਸ਼ੇ ਦੇ ਅੱਗੇ ਪਿੱਛੇ ਹੋ ਕੇ ਵੇਖਦੇ, ਕਦੇ ਸ਼ੀਸ਼ੇ ਦੇ ਨੇੜੇ ਹੋ ਕੇ ਦੇਖੇ, ਕਈ ਵਾਰ ਥੋੜ੍ਹੇ ਪਿੱਛੇ ਹੋ ਕੇ ਦੇਖਿਆ, ਕਈ ਵਾਰੀ ਟੇਢੇ ਹੋ ਕੇ ਵੇਖਿਆ। ਚਲੋ ਸੁੰਦਰਤਾ ਵੇਖਣ ਤੋਂ ਮਨਾ ਨਹੀਂ ਕੀਤੀ। ਜਦੋਂ ਸੁੰਦਰਤਾ ਦਰਸ਼ਨ ਦੇਵੇ ਹਰ ਕੋਈ ਆਪਣੀ ਜਾਣੇ। ਜਾਤ ਪਾਤ ਤੇ ਅਸਲ ਨਸਲ ਨੂੰ ਕੋਈ ਕਦੇ ਨਾ ਛਾਣੇ, ਜਦੋਂ ਸੁੰਦਰਤਾ ਦਰਸ਼ਨ ਦੇਵੇ ਸਭ ਕੋਈ ਆਪਣੀ ਜਾਣੇ। ਉੱਥੇ ਜਾਤ ਪਾਤ ਖਤਮ, ਜਿੱਥੇ ਸੁੰਦਰਤਾ। ਪਰ ਇਹ ਕਹਿੰਦਾ ਸੱਚੇ ਪਾਤਸ਼ਾਹ ਤੇਰੀ ਕਿੰਨੀ ਕਿਰਪਾ ਹੈ, ਤੂੰ ਮੈਨੂੰ ਸੋਹਣੇ ਨੈਣ ਨਕਸ਼ ਦਿੱਤੇ ਨੇ, ਸੋਹਣਾ ਰੰਗ ਰੂਪ ਦਿੱਤਾ ਹੈ, ਸੋਹਣਾ ਕੱਦ ਦਿੱਤਾ ਹੈ, ਤੂੰ ਮੈਨੂੰ ਸੋਹਣੀ ਪਰਸਨੈਲਿਟੀ ਦਿੱਤੀ ਹੈ, ਤੇਰਾ ਬਹੁਤ ਬਹੁਤ ਧੰਨਵਾਦ ਹੈ। ਨਾ ਅੱਗੇ ਹੰਕਾਰ ਕਰਨਾ। ਹੰਕਾਰ ਦਾ ਮਤਲਬ ਹੈ ਤੁਸੀਂ ਆਪਣੇ ਆਪ ਕਾਰਨ ਸੋਹਣੇ ਹੋ, ਤੁਸੀਂ ਆਪਣੇ ਯਤਨਾਂ ਨਾਲ ਸੋਹਣੇ ਬਣੇ ਹੋਏ ਨਹੀਂ। ਇਹ ਸੁੰਦਰਤਾ ਪਰਮਾਤਮਾ ਵੱਲੋਂ ਮਿਲਦੀ ਹੈ।
ਹਾਂ, ਅਸੀਂ ਗੁਣ ਔਗਣ ਤੇ ਆਪਣੇ ਯਤਨਾਂ ਨਾਲ ਪੈਦਾ ਕਰ ਸਕਦੇ ਹਾਂ, ਪਰ ਅਸੀਂ ਰੰਗ ਰੂਪ ਨਹੀਂ ਬਦਲ ਸਕਦੇ। ਕਾਲੇ ਕਦੀ ਨਾ ਹੋਵਣ ਬੱਗੇ, ਭਾਵੇਂ 100 ਮਣ ਸਾਬਣ ਲੱਗੇ। ਕਾਲਾ ਬੰਦਾ ਚੰਗੀ ਤਰ੍ਹਾਂ ਸਾਬਣ ਲਾ ਕੇ ਨਹਾਇਆ ਨਾ, ਸਗੋਂ ਹੋਰ ਕਾਲਾ ਲਿਸ਼ਕਦਾ ਹੈ। ਸੋ ਦੇ ਕਰੀਮਾਂ ਪਾਊਡਰਾਂ ਤਾਂ ਠੀਕ ਹੈ, ਕੁਝ ਕੁ ਸਮੇਂ ਲਈ ਹੁੰਦੇ, ਜੇ ਮੂੰਹ ਧੋਲੇ ਫਿਰ ਜੈਸੇ ਥੇ, ਫਿਰ ਉਹ ਜੀ ਨਿਕਲ ਆਉਂਦਾ ਅੰਦਰੋਂ। ਸੋ ਹੰਕਾਰ ਨਹੀਂ ਕਰਨਾ ਕਿ ਜੋ ਜਾਣੇ ਮੈਂ ਜੋਬਨਵੰਤ, ਜਿਹੜਾ ਸਮਝ ਮੈਂ ਬੜਾ ਸੋਹਣਾ ਬੜਾ ਜਵਾਨ ਹਾਂ, ਸੋ ਹੋਵਤ ਬਿਸ਼ਟਾ ਕਾ ਜੰਤ। ਬਿਸ਼ਟਾ ਗੰਦਗੀ ਨੂੰ ਕਹਿੰਦੇ, ਉਹ ਫਿਰ ਗੰਦਗੀ ਦਾ ਕੀੜਾ ਬਣ ਕੇ ਪੈਦਾ ਹੁੰਦਾ, ਗੰਦਗੀ 'ਚ ਹੀ ਪੈਦਾ ਹੁੰਦਾ, ਸਾਰੀ ਉਮਰ ਗੰਦਗੀ ਹੀ ਖਾਂਦਾ, ਗੰਦਗੀ ਦੇ ਵਿੱਚ ਹੀ ਮਰ ਜਾਂਦਾ। ਭਾਵ ਜੇ ਸਾਡੇ ਵਿੱਚ ਕੋਈ ਗੁਣ ਹੈ, ਉਹਦਾ ਹੰਕਾਰ ਨਹੀਂ ਕਰਨਾ, ਸਗੋਂ ਪਰਮਾਤਮਾ ਦਾ ਧੰਨਵਾਦ ਕਰਨਾ ਵੀ ਸੱਚੇ ਪਾਤਸ਼ਾਹ ਤੇਰੀ ਕਿਰਪਾ ਹੈ, ਤੂੰ ਮੈਨੂੰ ਗੁਣਵਾਨ ਬਣਾਇਆ ਹੈ, ਤੂੰ ਮੈਨੂੰ ਮਿਹਨਤੀ ਬਣਾਇਆ ਹੈ, ਤੂੰ ਮੈਨੂੰ ਚੰਗੀ ਪੋਸਟ ਦਿੱਤੀ ਹੈ, ਤੂੰ ਮੈਨੂੰ ਅਰਾਜ ਭਾਗ ਦਿੱਤਾ ਹੈ, ਤੂੰ ਮੈਨੂੰ ਸੋਹਣਾ ਸਰੀਰ ਦਿੱਤਾ ਹੈ, ਚੰਗਾ ਪਰਿਵਾਰ ਦਿੱਤਾ ਹੈ, ਤੇਰਾ ਬਹੁਤ ਬਹੁਤ ਧੰਨਵਾਦ ਹੈ। ਉਹਦੇ ਅਸੀਂ ਧੰਨਵਾਦੀ ਹੋਣਾ ਹੈ ਅਗਰ ਸਾਡੇ ਕੋਲ ਕੋਈ ਚੱਜਦਾ ਹੈ ਤਾਂ। ਆਪਸ ਕੋ ਕਰਮਵੰਤ ਕਹਾਵੇ, ਜਿਹੜਾ ਕਹਿੰਦਾ ਮੈਂ ਬੜੇ ਚੰਗੇ ਕਰਮ ਕਰਦਾ ਜੀ, ਮੈਂ ਬੜੇ ਚੰਗੇ ਕਰਮ ਕਰਦਾ, ਜੇ ਕੋਈ ਇਹ ਨਾ ਮੈਂ ਬੜੇ ਚੰਗੇ ਕਰਮ ਕਰਨ ਵਾਲਾ ਹਾਂ, ਉਹਨੂੰ ਵਿਚਾਰੇ ਨੇ ਇਹ ਨਹੀਂ ਗਿਆਨਣਾ ਕਿ ਪਰਮਾਤਮਾ ਨੇ ਤੇਰੇ ਭਾਗਾਂ 'ਚ ਚੰਗੇ ਕਰਮ ਕਰਨੇ ਲਿਖਤੇ, ਤੂੰ ਨਹੀਂ ਕਰ ਰਿਹਾ, ਉਹਦਾ ਹੁਕਮ ਹੈ ਤੂੰ ਚੰਗੇ ਕਰਮ ਕਰ, ਬਸ ਇਸ ਲਈ ਕਰ ਰਿਹਾ। ਲਿਖਦਾ ਉਹਨੇ, ਲਿਖਦਾ। ਸਾਡਾ ਜੀਵਨ ਕਿਹੋ ਜਿਹਾ ਹੋਏਗਾ, ਕਿਸੇ ਜੋਤਿਸ਼ੀ ਨੂੰ ਜਾ ਕੇ ਪੁੱਛ ਲਓ, ਸਭ ਕੁਝ ਦੱਸ ਦਿਓ, ਇਹੋ ਜਿਹਾ ਹੋਊ ਤੇਰਾ, ਕਿਉਂਕਿ ਪਰਮਾਤਮਾ ਲਿਖ ਦਿੱਤਾ ਹੈ, ਸਮਾਂ ਪਾ ਕੇ ਉਸੇ ਤਰ੍ਹਾਂ ਹੋਣਾ ਹੁੰਦਾ ਹੈ। ਉਹ ਤਾਂ ਪਰਮਾਤਮਾ ਨੇ ਲਿਖਿਆ ਹੋਇਆ ਹੈ, ਉਹਨੇ ਚੰਗੇ ਕਰਮਾਂ ਵਾਲਾ ਸਾਨੂੰ ਬਣਾਇਆ ਹੋਇਆ ਹੈ। ਅਤੇ ਜਿਹੜਾ ਕਹਿੰਦਾ ਮੈਂ ਚੰਗੇ ਕੰਮ ਕਰਦਾ, ਹੋਂ ਜਾ ਕੇ ਕਰਮ ਕਰ ਚੰਗੇ ਰਿਹਾ, ਕਰ ਤੇ ਚੰਗੇ ਰਿਹਾ, ਪਰ ਹੋਂ ਜਾ ਕੇ ਕਰ ਰਿਹਾ ਹੈ, ਜਨਮ ਮਰੈ ਬਹੁ ਜੋਨ ਭਰਮਾਵੇ। ਇਹੋ ਜਿਹਾ ਜੰਮਦਾ ਰਹਿੰਦਾ, ਮਰਦਾ ਰਹਿੰਦਾ, ਬਹੁਤ ਜੂਨੀਆਂ ਦੇ ਵਿੱਚ ਭਟਕਦਾ ਰਹਿੰਦਾ ਹੈ। ਧਨ ਭੂਮਿਕਾ ਜੋ ਕਰੇ ਗੁਮਾਨ, ਗੁਮਾਨ ਹੰਕਾਰ ਨੂੰ ਕਹਿੰਦੇ, ਜਿਹੜਾ ਧਨ ਦਾ ਅਤੇ ਭੂਮੀ ਦਾ ਬਹੁਤ ਧਨ ਹੈ, ਬਹੁਤ ਜ਼ਮੀਨ ਜਾਇਦਾਦ ਹੈ, ਜਿਹੜਾ ਹੰਕਾਰ ਕਰਦਾ ਹੈ। ਕਿਉਂਕਿ ਹੰਕਾਰ ਕਿਸੇ ਵੀ ਚੀਜ਼ ਦਾ ਹੋ ਸਕਦਾ ਹੈ, ਧਨ ਦਾ ਵੀ ਹੋ ਸਕਦਾ ਹੈ, ਬਹੁਤ ਜ਼ਿਆਦਾ ਜਾਇਦਾਦ ਹੈ ਉਹਦਾ ਵੀ ਹੋ ਸਕਦਾ ਹੈ, ਵੱਡੀ ਸਾਰੀ ਕੋਠੀ ਉਹਦਾ ਵੀ ਹੋ ਸਕਦਾ ਹੈ, ਵੱਡੀ ਸਾਰੀ ਕਾਰ ਉਹਦਾ ਵੀ ਹੋ ਸਕਦਾ ਹੈ। ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਉਹ ਮੂਰਖ ਹੈ, ਇਹ ਤੇ ਅੰਨੇ ਦਾ ਭਾਵ ਅੱਖਾਂ ਤੋਂ ਅੰਨਾ ਨਹੀਂ ਹੈ, ਅਗਿਆਨੀ ਹੈ, ਮਹਾ ਅਗਿਆਨੀ ਹੈ। ਅੰਧ ਅਗਿਆਨ ਮਹਾ ਅਗਿਆਨੀ, ਉਹ ਮੂਰਖ ਹੈ, ਉਹ ਮਹਾ ਅਗਿਆਨੀ ਹੈ। ਉਹਨੂੰ ਗਿਆਨ ਨਹੀਂ ਕਿ ਧਨ ਦਿੱਤਾ ਤੇ ਪਰਮਾਤਮਾ ਦੀ ਕਿਰਪਾ ਹੈ, ਜੇ ਤੇਰੇ ਕੋਲ ਪ੍ਰੋਪਰਟੀ ਹੈ ਤੇ ਪਰਮਾਤਮਾ ਦੀ ਕਿਰਪਾ ਹੈ, ਉਹਨੇ ਦਿੱਤੇ ਤੈਨੂੰ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਇਹਾਂ ਮੁਕਤ ਆਗੇ ਸੁਖ ਪਾਵੇ। ਕਿਰਪਾ ਕਰਕੇ ਜਿਸ ਦੇ ਹਿਰਦੇ 'ਚ ਨਿਮਰਤਾ, ਇੱਥੇ ਗਰੀਬੀ ਤਾਂ ਪਾਵੇ ਨਿਮਰਤਾ, ਜਿਹਦੇ ਹਿਰਦੇ ਨਿਮਰਤਾ ਪੈਦਾ ਕਰ ਦਿੰਦੇ ਨਾ, ਕਿਉਂਕਿ ਨਿਮਰਤਾ ਆਉਂਦੀ ਹੀ ਉਹਦੇ ਜਦੋਂ ਗਿਆਨ ਹੋ ਜਾਏ ਕਿ ਜੋ ਕੁਛ ਮੇਰੇ ਕੋਲ ਹੈ ਸਭ ਪਰਮਾਤਮਾ ਦਿੱਤਾ ਹੈ, ਮੇਰਾ ਨਹੀਂ ਹੈ, ਫਿਰ ਨਿਮਰਤਾ ਆਉਂਦੀ, ਨਹੀਂ ਤਾਂ ਨਹੀਂ ਆਉਂਦੀ ਹੈਗੀ। ਅਤੇ ਇਹ ਵੀ ਪਰਮਾਤਮਾ ਦੀ ਕਿਰਪਾ ਨਾਲ ਹੁੰਦੀ ਹੈ। ਜਿਸ 'ਤੇ ਕਿਰਪਾ ਕਰਦਾ ਉਹਦੇ ਹਿਰਦੇ 'ਚ ਨਿਮਰਤਾ ਵਸਾਉਂਦਾ, ਫਿਰ ਕੀ ਹੁੰਦਾ, ਨਾਨਕ ਇਹਾਂ ਮੁਕਤ, ਇੱਥੇ ਉਹ ਜਿਉਂਦਾ ਹੀ ਮੁਕਤ ਹੋ ਜਾਂਦਾ, ਅੱਗੇ ਸੁਖ ਪਾਵੇ, ਅੱਗੇ ਜਾ ਕੇ ਫਿਰ ਸੁੱਖ ਦੀ ਪ੍ਰਾਪਤੀ ਦੇ ਪਰਮਾਤਮਾ ਚਰਨਾਂ 'ਚ ਉਹਦਾ ਨਿਵਾਸ ਹੋ ਜਾਂਦਾ ਹੈ। ਸਤਿਕਾਰਯੋਗ ਸਾਧ ਸੀ, ਕੱਲ੍ਹ ਮੈਨੂੰ ਕਿਉਂ ਕਈ ਦਿਨਾਂ ਬਾਅਦ ਕਥਾ ਕੀਤੀ ਸੀ, ਮੈਨੂੰ ਯਾਦ ਹੀ ਨਹੀਂ ਰਿਹਾ ਵੀ 7 ਤੋਂ 8 ਟਾਈਮ ਹੈ। ਮੈਂ 8:15 ਵਜੇ ਧਿਆਨ ਨਾਲ ਲੱਗਾ ਰਿਹਾ, ਜਦੋਂ ਮੇਰਾ ਗਲਾ ਕੰਮ ਨੂੰ ਮੈਂ ਚੰਗਾ ਜੀ ਇਹ ਨਹੀਂ ਮਨਜ਼ੂਰ ਕਰੋ। ਹੁਣ ਮੈਨੂੰ ਖਿਆਲ ਸੀ, ਇਸ ਲਈ ਟਾਈਮ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ।